ਵਾਹਿਗੁਰੂ ਸਾਹਿਬ ਜੀ। ਆਨੰਦ ਸੁਨੋ ਵਡ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਨਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਨਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ, ਨੂਰ ਅਰਸੋਂ ਕੁਰਸੋਂ ਛਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੀ ਮਹਲਾ ਪੰਜਵਾ। ਹਰ ਜਪੈ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵੈ ਰਾਮ। ਸਿਮਰ ਸਿਮਰ ਸੁਆਮੀ ਪ੍ਰਭ ਆਪਣਾ, ਸਗਲੇ ਪਾਪ ਤਜਾਵੈ ਰਾਮ। ਹਰ ਗੁਣ ਗਾਏ ਪਰਮ ਪਦ ਪਾਇਆ, ਪ੍ਰਭ ਕੀ ਉਤਮ ਬਾਣੀ। ਸਹਿਜ ਕਥਾ ਪ੍ਰਭ ਕੀ ਅਤ ਮੀਠੀ, ਕਥੀਆ ਕਥ ਕਹਾਣੀ। ਭਲਾ ਸੰਜੋਗ ਮੂਰਤ ਫਲ ਸਾਚਾ, ਅਬ ਚਲ ਨੀਵ ਰਖਾਈ। ਜਨ ਨਾਨਕ ਪ੍ਰਭ ਭੈ ਦਇਆਲਾ, ਸਰਬ ਕਲਾ ਬਣ ਆਈ। ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵੈ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨ ਵਿੱਚ ਆਪਾਂ ਬੈਠ ਕੇ ਗੁਰਬਾਣੀ ਦੇ ਕੀਰਤਨ ਆਸਾ ਦੀ ਵਾਰ ਮਹਾਰਾਜ ਸਾਹਿਬ ਜੀਆਂ ਦੀ ਜੋ ਬਾਣੀ ਹੈ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਮੇਂ ਤੋਂ ਇਸ ਬਾਣੀ ਦਾ ਕੀਰਤਨ ਗੁਰੂ ਘਰ ਦੇ ਅੰਦਰ ਹੁੰਦਾ ਆ ਰਿਹਾ ਹੈ। ਇਸੇ ਤਰ੍ਹਾਂ ਉਸ ਤੋਂ ਪਹਿਲਾਂ ਗੁਰਬਾਣੀ ਦੇ ਨਿਤਨੇਮ ਆਪਾਂ ਸਰਵਣ ਕੀਤੇ। ਗੁਰੂ ਘਰ ਦੀ ਮਰਿਆਦਾ ਮੁਤਾਬਕ ਇਸ ਵੇਲੇ ਆਪਾਂ ਗੁਰਬਾਣੀ ਦੀ ਕਥਾ ਸਰਵਣ ਕਰਨ ਵਾਸਤੇ ਪਹੁੰਚੇ ਹਾਂ। ਆਓ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਬੜੀ ਭਾਵਨਾ ਨਾਲ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾਂ। ਸੂਹੀ ਰਾਗ ਦਾ ਇਹ ਸ਼ਬਦ ਹੈ। ਇਸ ਸ਼ਬਦ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਚਾਰਿਆ ਹੈ ਔਰ ਲਿਖਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਸੰਪੂਰਨ ਹੋਈ ਹੈ। ਹਰਿਮੰਦਰ ਸਾਹਿਬ ਦੀ ਬਿਲਕੁਲ ਤਿਆਰੀ ਹੋ ਗਈ। ਕੁਝ ਸੰਗਤਾਂ ਤੇ ਸਿੱਖ ਮੱਥਾ ਟੇਕਣ ਵਾਸਤੇ, ਦਰਸ਼ਨ ਕਰਨ ਵਾਸਤੇ ਆਏ। ਇਹਨਾਂ ਨੇ ਮਹਾਰਾਜ ਨੂੰ ਪੁੱਛਿਆ, ਕਹਿਣ ਲੱਗੇ ਸਤਿਗੁਰੂ ਇਹ ਹਰਿਮੰਦਰ ਸਾਹਿਬ ਆਪ ਜੀ ਨੇ ਕਿਉਂ ਬਣਾਇਆ ਹੈ? ਉਹ ਕੀ ਕਾਰਨ ਹੈ ਜਿਹਦੇ ਵਾਸਤੇ ਆਪ ਜੀ ਨੇ ਹਰਿਮੰਦਰ ਸਾਹਿਬ ਨੂੰ ਰਚਿਆ ਹੈ? ਆਪ ਜੀ ਕਿਰਪਾ ਕਰਕੇ ਦੱਸੋ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਹ ਬਚਨ ਸੁਣ ਕੇ ਸੰਗਤਾਂ ਸਿੱਖਾਂ ਦਾ ਕਿ ਹਰਿਮੰਦਰ ਸਾਹਿਬ ਕਿਉਂ ਬਣਾਇਆ ਹੈ, ਇਹਦਾ ਕਾਰਨ ਕੀ ਹੈ, ਉਹ ਮਹਾਰਾਜ ਇਸ ਸ਼ਬਦ ਵਿੱਚ ਬਖਸ਼ਿਸ਼ ਕਰਦੇ ਹਨ। ਹਰ ਜਪੈ ਹਰ ਮੰਦਰ ਸਾਜਿਆ। ਸਤਿਗੁਰੂ ਕਹਿਣ ਲੱਗੇ ਭਾਈ ਇਹ ਜਿਹੜਾ ਹਰਿਮੰਦਰ ਸਾਹਿਬ ਹੈ ਨਾ, ਇਸ ਨੂੰ ਅਸੀਂ ਪਰਮਾਤਮਾ ਦੇ ਨਾਮ ਜਪਣ ਵਾਸਤੇ ਬਣਾਇਆ ਹੈ। ਹਰ ਜਪੇ, ਹਰੀ ਦਾ ਜਾਪ ਕਰਨ ਵਾਸਤੇ ਹਰਿਮੰਦਰ ਸਾਹਿਬ ਬਣਿਆ ਹੈ। ਇੱਥੇ ਬੈਠ ਕੇ ਅਕਾਲ ਪੁਰਖ ਦੀ ਉਸਤਤ ਕੀਤੀ ਜਾਵੇਗੀ, ਵਡਿਆਈ ਕੀਤੀ ਜਾਵੇਗੀ। ਸਿੱਖਾਂ ਦਾ ਸਵਾਲ ਇਹ ਹੈ ਕਿ ਆਪ ਜੀ ਨੇ ਹਰਿਮੰਦਰ ਸਾਹਿਬ ਬਣਾਇਆ ਕਿਉਂ ਹੈ? ਸਾਡਾ ਵੀ ਇਹ ਸਵਾਲ ਹੋ ਜਾਂਦਾ ਕਈ ਵਾਰ। ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਉਹਦਾ ਕਾਰਨ ਇਹ ਹੈ ਕਿ ਇਸ ਵਿੱਚ ਬੈਠ ਕੇ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਜਾਵੇ, ਉਹਦੀ ਸਿਫਤ ਕੀਤੀ ਜਾਂਦੀ ਹੈ। ਸੰਤ ਭਗਤ ਗੁਣ ਗਾਵੇ ਰਾਮ। ਇਸ ਵਿੱਚ ਬੈਠ ਕੇ ਜਿਹੜੇ ਪਰਮਾਤਮਾ ਦੇ ਸੰਤ ਨੇ, ਉਹ ਕਿਸੇ ਵੀ ਧਰਮ ਦਾ ਸੰਤ ਹੋ ਸਕਦਾ ਹੈ, ਉਹ ਕਿਸੇ ਵੀ ਧਰਮ ਦਾ ਭਗਤ ਹੋ ਸਕਦਾ ਹੈ। ਇਸ ਹਰਿਮੰਦਰ ਵਿੱਚ ਬੈਠ ਕੇ ਸੰਤ ਤੇ ਭਗਤ ਉਹਦੇ ਗੁਣਾਂ ਨੂੰ ਗਾਉਣਗੇ, ਪਰਮਾਤਮਾ ਦੀ ਉਸਤਤ ਕਰਨਗੇ, ਬਾਣੀ ਪੜ੍ਹਨਗੇ, ਸਿਮਰਨ ਕਰਨਗੇ। ਇਹ ਹਰਿਮੰਦਰ ਸਾਹਿਬ ਅਸੀਂ ਤਾਂ ਬਣਾਇਆ ਹੈ। ਸਵਾਲ ਇਹ ਹੈ ਵੀ ਬਣਾਇਆ ਕਿਉਂ ਹੈ? ਕਹਿੰਦੇ ਜੀ ਨਾਮ ਜਪਣ ਵਾਸਤੇ, ਸੰਤਾਂ ਭਗਤਾਂ ਦੇ। ਇੱਥੇ ਗੁਰਮੁਖ ਜਨ ਬੈਠ ਕੇ ਬਾਣੀ ਪੜ੍ਹਿਆ ਕਰਨਗੇ। ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਹੇ। ਪਰਮਾਤਮਾ ਨੇ ਧਰਤੀ ਬਣਾਈ ਤੇ ਹੈ ਸਾਧੂਆਂ ਵਾਸਤੇ ਕਿ ਸਾਧੂ ਬੈਠ ਕੇ ਭਜਨ ਬੰਦਗੀ ਕਰਿਆ ਕਰਨਗੇ। ਦੁਨੀਆ ਦੇ ਲੋਕਾਂ ਨੇ ਕੀ ਕੀਤਾ ਹੈ? ਸਾਧੂ ਸੰਤਾਂ ਨੂੰ ਜੰਗਲ ਵਿੱਚ ਜਾਣ ਵਾਸਤੇ ਮਜਬੂਰ ਕਰ ਦਿੱਤਾ ਵੀ ਤੁਸੀਂ ਜੰਗਲਾਂ ਵਿੱਚ ਚਲੇ ਜਾਓ, ਤੁਸੀਂ ਪਹਾੜਾਂ ਦੇ ਉੱਪਰ ਚਲੇ ਜਾਓ, ਇਹ ਧਰਤੀ ਸਾਨੂੰ ਦੇ ਦਿਓ, ਅਸੀਂ ਇੱਥੇ ਵਪਾਰ ਕਰਾਂਗੇ, ਅਸੀਂ ਇੱਥੇ ਅਨਾਜ ਪੈਦਾ ਕਰਾਂਗੇ। ਕਬੀਰ ਧਰਤੀ ਸਾਧ ਕੀ, ਧਰਤੀ ਬਣਾਈ ਤੇ ਆ ਸਾਧੂਆਂ ਦੇ ਨਾਮ ਜਪਣ ਲਈ, ਜਗ੍ਹਾ ਬਣਾਈ ਪਰਮਾਤਮਾ, ਪਰ ਉਸ ਧਰਤੀ ਦੇ ਉੱਪਰ ਦੁਨਿਆਵੀ ਲੋਕਾਂ ਨੇ ਕਬਜ਼ਾ ਕਰ ਲਿਆ। ਸੰਤ ਸਾਧੂ ਵਿਚਾਰੇ ਜੰਗਲਾਂ ਨੂੰ ਜਾਣ ਵਾਸਤੇ ਮਜਬੂਰ ਹੋ ਗਏ। ਇਸੇ ਤਰ੍ਹਾਂ ਮਹਾਰਾਜ ਬਖਸ਼ਿਸ਼ ਕਰਦੇ, ਜਿਹੜਾ ਹਰਿਮੰਦਰ ਸਾਹਿਬ ਹੈ ਨਾ, ਇਹ ਅਸੀਂ ਇਸ ਧਰਤੀ ਤੇ ਨਾਮ ਜਪਣ ਵਾਸਤੇ ਬਣਾਇਆ ਹੈ ਕਿ ਸਾਡੇ ਗੁਰਸਿੱਖ, ਸੰਤ, ਭਗਤ, ਗੁਰਮੁਖ ਜਿਨ੍ਹਾਂ ਨੂੰ ਕਿਤੇ ਜਗ੍ਹਾ ਨਹੀਂ ਮਿਲਦੀ, ਉਹ ਇੱਥੇ ਬੈਠ ਕੇ ਆ ਕੇ ਨਾਮ ਜਪਣਗੇ, ਬਾਣੀ ਪੜ੍ਹਿਆ ਕਰਨਗੇ, ਸਿਮਰਨ ਕਰਿਆ ਕਰਨਗੇ। ਇਸ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਬਣਾਇਆ ਹੈ। ਫਿਰ ਬਖਸ਼ਿਸ਼ ਕਰਦੇ ਹਨ। ਹਰ ਜਪੇ ਹਰ ਮੰਦਰ ਸਾਜਿਆ। ਸਤਿਗੁਰੂ ਕਹਿਣ ਲੱਗੇ ਇਹ ਜਿਹੜਾ ਸਤ ਸੰਗਤ ਰੂਪੀ ਹਰਿਮੰਦਰ ਹੈ, ਜਿੱਥੇ ਆਪਾਂ ਬੈਠੇ ਆ ਨਾ ਗੁਰਮੁਖੋ, ਸਤ ਸੰਗਤ, ਇਹ ਵੀ ਹਰਿਮੰਦਰ ਸਾਹਿਬ ਹੀ ਹੈ। ਮਹਾਰਾਜ ਜੀਆਂ ਦਾ ਬਚਨ ਹੈ, ਤਹਾਂ ਬੈਕੁੰਠ ਜਹ ਕੀਰਤਨ ਤੇਰਾ।
ਜਿੱਥੇ ਤੇਰੀ ਕੀਰਤੀ ਹੁੰਦੀ ਹੈ ਉਹ ਜਗ੍ਹਾ ਬੈਕੁੰਠ ਧਾਮ ਹੈ। ਜੇ ਸੰਗਤ ਵਿੱਚ ਆਪਾਂ ਬੈਠੇ ਆ, ਇੱਥੇ ਵੀ ਪਰਮਾਤਮਾ ਦੀ ਹੀ ਕੀਰਤੀ ਹੋ ਰਹੀ ਹੈ। ਇਸ ਕਰਕੇ ਸਤ ਸੰਗਤ ਨੂੰ ਵੀ ਬੈਕੁੰਠ ਧਾਮ ਕਿਹਾ ਜਾਵੇਗਾ। ਪਾਤਸ਼ਾਹ ਕਹਿਣ ਲੱਗੇ ਹਰ ਜਪੇ ਹਰ ਮੰਦਰ ਸਾਜਿਆ। ਪਰਮਾਤਮਾ ਨੇ ਇਹ ਸਤ ਸੰਗਤ ਰੂਪੀ ਹਰਮੰਦਰ ਸਾਜਿਆ ਹੈ। ਮਹਾਰਾਜ ਸੰਗਤ ਕਾਹਦੇ ਵਾਸਤੇ ਬਣੀ ਹੈ? ਕਿ ਅਸੀਂ ਸੰਗਤ ਵਿੱਚ ਬੈਠ ਕੇ ਗੱਲਾਂ ਕਰਿਆ ਕਰੀਏ, ਨਿੰਦਿਆ ਚੁਗਲੀ ਕਰਿਆ ਕਰੀਏ। ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਹਰ ਜਪੇ। ਇਹ ਸਤ ਸੰਗਤ ਬਣੀ ਹੈ ਰੱਬ ਦਾ ਨਾਮ ਜਪਣ ਵਾਸਤੇ, ਬਾਣੀ ਪੜ੍ਹਨ ਵਾਸਤੇ। ਸੰਗਤ ਵਿੱਚ ਆ ਕੇ ਗੱਲ ਨਹੀਂ ਕਰਨੀ ਹੈ, ਕੇਵਲ ਇੱਥੇ ਬੈਠ ਕੇ ਨਾਮ ਜਪਣਾ ਹੈ। ਇਹ ਸਤ ਸੰਗਤ ਰੂਪੀ ਹਰਮੰਦਰ ਤਾਂ ਬਣਾਇਆ ਹੈ। ਸੰਤ ਭਗਤ ਗੁਣ ਗਾਵੇ ਰਾਮ। ਇਸ ਵਿੱਚ ਬੈਠ ਕੇ ਸੰਤ ਵੀ ਆ ਕੇ ਬੈਠਦੇ, ਸੰਗਤ ਵਿੱਚ ਭਗਤ ਵੀ ਆ ਕੇ ਬੈਠਦੇ। ਗੁਰਮੁਖੋ ਸੰਗਤ ਵਿੱਚ ਸਾਡੇ ਸੱਜੇ ਪਾਸੇ ਜਿਹੜਾ ਬੈਠਾ ਉਹਦੀ ਕਿੰਨੀ ਬੰਦਗੀ ਹੈ ਸਾਨੂੰ ਨਹੀਂ ਪਤਾ। ਜਿਹੜਾ ਖੱਬੇ ਪਾਸੇ ਜਾਂ ਅੱਗੇ ਪਿੱਛੇ ਬੈਠਾ ਉਹ ਕਿੰਨੀ ਬੰਦਗੀ ਵਾਲਾ ਹੈ ਉਹਦੇ ਬਾਰੇ ਵੀ ਸਾਨੂੰ ਨਹੀਂ ਪਤਾ ਹੈ। ਸੰਗਤ ਵਿੱਚ ਜਿੱਥੇ ਆ ਕੇ ਪਾਪੀ ਬੈਠਦੇ ਨੇ, ਕਾਮੀ ਵਕਾਰੀ ਬੈਠਦੇ ਨੇ, ਆਪਣੀਆਂ ਡਿਮਾਂਡ ਰੱਖਣ ਵਾਲੇ ਕਿ ਮੈਨੂੰ ਆਹ ਮਿਲੇ ਮੈਨੂੰ ਆਹ ਮਿਲੇ ਬੈਠਦੇ ਨੇ, ਉੱਥੇ ਸੰਗਤ ਵਿੱਚ ਨਾਮ ਜਪਣ ਵਾਲੇ, ਬਾਣੀ ਪੜ੍ਹਨ ਵਾਲੇ ਸੰਤ ਵੀ ਬੈਠੇ ਨੇ, ਸਾਧੂ ਵੀ ਬੈਠੇ ਨੇ। ਕਹਿਣ ਲੱਗੇ ਭਾਈ ਇਹ ਸਤ ਸੰਗਤ ਐਸੀ ਹੈ, ਇੱਥੇ ਸੰਤ ਤੇ ਭਗਤ ਗੁਰਮੁਖ ਜਨ ਬੈਠ ਕੇ ਵੀ ਉਹਦੇ ਗੁਣਾਂ ਨੂੰ ਗਾਉਂਦੇ ਹਨ। ਸਿਮਰ ਸਿਮਰ ਸੁਆਮੀ ਪ੍ਰਭ ਆਪਣਾ। ਉਹ ਜਿਹੜਾ ਸਿਮਰਨੇ ਯੋਗ ਸੁਆਮੀ ਹੈ ਨਾ, ਮਾਲਕ ਪਰਮਾਤਮਾ, ਉਹਦਾ ਸਿਮਰਨ ਕਰਦੇ। ਸਾਡਾ ਸਵਾਲ ਇਹ ਹੈ ਵੀ ਅਸੀਂ ਤੇ ਨਹੀਂ ਕਰਦੇ, ਪਰ ਜਿਹੜੇ ਸਿਮਰਨ ਕਰਦੇ ਮਹਾਰਾਜ ਉਹਨਾਂ ਨੂੰ ਮਿਲਦਾ ਕੀ ਹੈ? ਜੇ ਮੰਨ ਲਓ ਅਸੀਂ ਵੀ ਸਿਮਰਨ ਕਰੀਏ ਤੇ ਸਾਨੂੰ ਮਿਲੇਗਾ ਕੀ? ਕਿਰਪਾ ਕਰਕੇ ਦੱਸਣਾ ਕਰੋ। ਸਗਲੇ ਪਾਪ ਤਜਾਵੇ ਰਾਮ। ਮਹਾਰਾਜ ਕਹਿਣ ਲੱਗੇ ਭਾਈ ਸਿਮਰਨ ਕਰੇਗਾ ਤੇਰੇ ਸਾਰੇ ਪਾਪ ਨਾਸ ਹੋ ਜਾਣਗੇ। ਜੇ ਸੰਤਾਂ ਤੇ ਭਗਤਾਂ ਨੇ ਸਿਮਰਨ ਕਰਿਆ ਹੈ ਤੇ ਉਹਨਾਂ ਦੇ ਸਾਰੇ ਪਾਪ ਨਾਸ ਹੋ ਗਏ, ਦੂਰ ਚਲੇ ਗਏ। ਜਿਹੜੇ ਕਰਨਗੇ ਆਉਣ ਵਾਲੇ ਸਮੇਂ ਵਿੱਚ ਸੰਗਤ ਵਿੱਚ ਬੈਠ ਕੇ ਨਾਮ ਜਪਣਗੇ, ਉਹਨਾਂ ਦੇ ਸਾਰੇ ਪਾਪ ਤਜਾਵਹਿ ਰਾਮ। ਉਹ ਰਮਿਆ ਹੋਇਆ ਰਾਮ ਪਰਮਾਤਮਾ ਛੁਡਾ ਦੇਵੇਗਾ, ਨਾਸ ਕਰ ਦੇਵੇਗਾ। ਇਹ ਸਿਮਰਨ ਕਰਕੇ ਪਾਪ ਨਾਸ ਹੁੰਦਾ ਹੈ। ਇਹ ਤਾਂ ਸਿਮਰਨ ਕਰਦੇ ਹਨ। ਹਰ ਗੁਣ ਗਾਏ ਪਰਮ ਪਦ ਪਾਇਆ। ਜਿਨ੍ਹਾਂ ਨੇ ਹਰੀ ਪਰਮਾਤਮਾ ਦੇ ਗੁਣ ਗਾਏ ਨੇ ਉਹਨਾਂ ਨੇ ਪਰਮ ਪਦਵੀ ਪਾ ਲਈ ਹੈ। ਗੁਰਮੁਖੋ ਦੁਨੀਆ ਵਿੱਚ ਪਦਵੀਆਂ ਬੜੀਆਂ ਨੇ। ਕੋਈ ਆਖਦਾ ਹੈ ਕਿ ਮੈਨੂੰ ਇਹ ਪਦਵੀ ਮਿਲ ਜਾਵੇ, ਇਹ ਨੌਕਰੀ ਮਿਲ ਜਾਵੇ, ਇਹ ਕੁਰਸੀ ਮਿਲ ਜਾਵੇ। ਕੋਈ ਆਖਦਾ ਮੈਨੂੰ ਇਸ ਤੋਂ ਵੱਡੀ ਕੁਰਸੀ ਮਿਲ ਜਾਵੇ, ਕੋਈ ਉਸ ਤੋਂ ਵੱਡੀ ਕੁਰਸੀ ਮੰਗਦਾ ਹੈ। ਦੁਨੀਆ ਵਿੱਚ ਵੀ ਪਦਵੀਆਂ ਮਿਲਦੀਆਂ ਨੇ, ਪਰ ਦੁਨੀਆ ਦੀ ਪਦਵੀ ਦਾ ਇੱਕ ਸਮਾਂ ਹੈ। ਮੰਨ ਲਓ ਕੋਈ ਅਫਸਰ ਲੱਗਾ ਹੈ, ਉਹ ਜਿੰਨਾ ਚਿਰ ਨੌਕਰੀ ਕਰੇਗਾ 58 ਸਾਲ ਤੱਕ 60 ਸਾਲ ਤੱਕ ਜਿੰਨਾ ਚਿਰ ਉਮਰਾ ਹੈ, ਉਹ ਪਦਵੀ ਉਹਨਾਂ ਚਿਰ ਹੀ ਹੈ। ਉਸ ਤੋਂ ਮਗਰੋਂ ਪਦਵੀ ਛੱਡਣੀ ਪਵੇਗੀ। ਆਪਣੇ ਸਮੇਂ ਤੋਂ ਬਾਅਦ ਵਿੱਚ ਉਹ ਪਦਵੀ 'ਚ ਨਹੀਂ ਰਹਿ ਸਕਦਾ, ਉਸ ਨੂੰ ਰਿਟਾਇਰ ਮੰਨਿਆ ਜਾਏਗਾ, ਸੇਵਾ ਮੁਕਤ ਮੰਨਿਆ ਜਾਏਗਾ। ਭਾਵੇਂ ਉਹ ਕਹਿੰਦਾ ਜ਼ਰੂਰ ਹੈ ਕਿ ਫਲਾਣੇ ਮਹਿਕਮੇ ਦੇ ਵਿੱਚ ਮੈਂ ਫਲਾਣਾ ਅਫਸਰ ਸੀ, ਪਰ ਹੁਣ ਕੀ ਆ, ਹੁਣ ਸੇਵਾ ਮੁਕਤ ਹਾਂ। ਉਹ ਪਦਵੀ ਮੇਰੇ ਕੋਲੋਂ ਚਲੇ ਗਈ, ਹੁਣ ਉਸ ਪਦਵੀ ਦਾ ਮੈਂ ਮਾਲਕ ਨਹੀਂ ਰਹਿ ਗਿਆ, ਜਾਂ ਮੇਰੇ ਵਿੱਚ ਹੁਣ ਉਹ ਤਾਕਤ ਨਹੀਂ ਰਹਿ ਗਈ ਵੀ ਜਿਹੜੇ ਮੈਂ ਕੰਮ ਉਦੋਂ ਕਰ ਸਕਦਾ ਹੁਣ ਕਰ ਲਵਾਂ। ਨਹੀਂ, ਹੁਣ ਮੈਂ ਇੱਕ ਆਮ ਇਨਸਾਨ ਬਣ ਗਿਆ। ਇਹ ਵੱਖਰੀ ਗੱਲ ਹੈ ਕਿ ਉਹ ਸਾਡੇ ਮਨ ਦੇ ਵਿੱਚ ਉਹ ਹਉਮੈ ਜਾਂਦੀ ਨਹੀਂ, ਪਰ ਹੁਣ ਇੱਕ ਆਮ ਬਣ ਗਿਆ ਹੈ। ਇਸ ਤਰ੍ਹਾਂ ਇਹ ਦੁਨੀਆ ਦੀਆਂ ਪਦਵੀਆਂ ਸਦਾ ਨਹੀਂ ਰਹਿੰਦੀਆਂ, ਮੁੱਕ ਜਾਂਦੀਆਂ। ਜੇ ਕੋਈ ਮੰਤਰੀ ਬਣ ਜਾਵੇ, ਮੰਤਰੀ ਦੀ ਪਦਵੀ ਹੋਰ ਛੋਟੀ ਹੈ। ਅਫਸਰ ਤੇ ਫਿਰ ਵੀ 58-60 ਸਾਲ ਤੱਕ ਨੌਕਰੀ ਕਰਦਾ ਹੈ, ਪਰ ਮੰਤਰੀ ਦੀ ਪਦਵੀ ਜਿਹੜੀ ਉਹ 5 ਸਾਲ ਤੱਕ ਹੀ ਹੈ। ਜੇ ਸਹੀ ਚੱਲੇਗਾ ਤੇ 5 ਸਾਲ ਤੱਕ ਨੌਕਰੀ ਕਰਦਾ, ਕੰਮ ਕਰਦਾ ਹੈ। ਜੇ ਕੋਈ ਗਲਤੀ ਕਰ ਗਿਆ ਤੇ ਉਹ 5 ਸਾਲ ਵੀ ਕੋਈ ਪਤਾ ਨਹੀਂ ਕਦੋਂ ਮੁੱਕ ਜਾਣਗੇ। ਇਹ ਦੁਨੀਆ ਦੀਆਂ ਪਦਵੀਆਂ ਦਾ ਇਹ ਸਮਾਂ ਹੈ, ਕੋਈ 5 ਸਾਲ ਵਾਸਤੇ ਹੈ, ਕੋਈ 60 ਸਾਲ ਵਾਸਤੇ ਹੈ। ਪਰ ਜਿਹੜੀ ਪਦਵੀ ਪਰਮਾਤਮਾ ਦੇ ਦਿੰਦਾ ਨਾ, ਉਹ ਪਦਵੀ ਕਦੇ ਨਾਸ ਨਹੀਂ ਹੁੰਦੀ। ਹਰ ਗੁਣ ਗਾਏ ਪਰਮ ਪਦ ਪਾਇਆ। ਵੱਡਾ ਪਦਵੀ ਮਹਾਰਾਜ ਬਖਸ਼ਦੇ, ਵੱਡੀ ਸੰਤਾਂ ਵਾਲੀ, ਭਗਤਾਂ ਵਾਲੀ, ਮੁਕਤ ਹੋਣ ਵਾਲੀ, ਸਦਾ ਵਾਸਤੇ। ਇਹ ਨਹੀਂ ਵੀ 2 ਸਾਲ ਵਾਸਤੇ ਮਿਲੇਗੀ, 5 ਸਾਲ ਵਾਸਤੇ, 60 ਸਾਲ ਵਾਸਤੇ।
ਨਹੀਂ, ਇਹ ਦੁਨੀਆ ਦੀਆਂ ਪਦਵੀਆਂ ਦਾ ਇਹ ਸਮਾਂ ਹੈ ਵੀ ਇਹ ਮੁੱਕ ਜਾਣਗੀਆਂ, ਪਰ ਜਿਹੜੀ ਪਦਵੀ ਪ੍ਰਮਾਤਮਾ ਨੇ ਦੇਣੀ ਹੈ ਨਾ ਮੁਕਤ ਹੋਣ ਦੀ, ਉਹ ਪਦਵੀ ਫਿਰ ਸਦਾ ਹੀ ਰਹਿਣ ਵਾਲੀ ਹੈ। ਪ੍ਰਮਾਤਮਾ ਦੀ ਦਿੱਤੀ ਪਦਵੀ, ਦਿੱਤੀ ਹੋਈ ਕੁਰਸੀ, ਦਿੱਤਾ ਹੋਇਆ ਮਾਨ ਕਦੇ ਮੁੱਕਦਾ ਨਹੀਂ ਹੈ। ਸਭ ਕੀ ਉਤਮ ਬਾਣੀ, ਕਿਉਂਕਿ ਉਹਨਾਂ ਨੇ ਪ੍ਰਮਾਤਮਾ ਦੀ ਉੱਤਮ ਬਾਣੀ ਨੂੰ ਪੜ੍ਹਿਆ ਹੈ। ਜਿਹੜੇ ਉੱਤਮ ਬਾਣੀ ਨੂੰ ਪੜ੍ਹਦੇ ਨੇ, ਸਿਮਰਦੇ ਨੇ, ਉਹ ਗੁਰਮੁਖ ਜਿਹੜੇ ਮੁਕਤ ਹੋ ਜਾਂਦੇ ਹਨ। ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਉਸ ਪ੍ਰਮਾਤਮਾ ਦੀ ਜਿਹੜੀ ਸਹਿਜ ਕਥਾ ਹੈ, ਸ਼ਾਂਤੀਦਾਇਕ ਕਥਾ ਹੈ, ਬੜੀ ਮਿੱਠੀ, ਬੜੀ ਪਿਆਰੀ ਹੈ। ਕਥੀ ਅਕਥ ਕਹਾਣੀ, ਗੁਰਮੁਖਾਂ ਨੇ ਇਸ ਅਕਥ ਕਹਾਣੀ ਨੂੰ ਕਥਨਾ ਕੀਤਾ ਹੈ। ਜਿਹੜੀ ਅਕਥ ਕਹਾਣੀ ਹੈ ਨਾ ਪ੍ਰਮਾਤਮਾ ਦੀ, ਸੰਗਤ ਵਿੱਚ ਬੈਠ ਕੇ ਗੁਰਮੁਖ ਉਸ ਦਾ ਕਥਨ ਕਰਦੇ ਹਨ। ਭਲਾ ਸੰਜੋਗ ਮੂਰਤ ਪਲ ਸਾਚਾ, ਮਹਾਰਾਜ ਕਹਿਣ ਲੱਗੇ ਭਾਈ ਉਹ ਸੰਤਾਂ ਦਾ ਸੰਯੋਗ ਬੜਾ ਭਲਾ ਹੈ। ਉਹ ਮੂਰਤ, ਦੋ ਪੈਰ ਦਾ ਸਮਾਂ, ਦੋ ਪਲ ਦਾ ਸਮਾਂ, ਉਹ ਵੀ ਬੜਾ ਚੰਗਾ ਹੈ। ਕਾਹਦੇ ਵਾਸਤੇ ਬਖਸ਼ਿਸ਼ ਕਰਦੇ ਹਨ? ਅਬਚਲ ਨੀਵ ਰਖਾਈ, ਜਦੋਂ ਅਸੀਂ ਸ੍ਰੀ ਹਰਿਮੰਦਰ ਸਾਹਿਬ ਦੀ ਅਬਚਲ ਨੀਵ ਰੱਖੀ ਨਾ, ਉਹ ਸਮਾਂ ਬੜਾ ਚੰਗਾ ਹੈ। ਉਹ ਸੰਤਾਂ ਦਾ ਸੰਯੋਗ ਵੀ ਬੜਾ ਚੰਗਾ ਹੈ। ਸਾਈਂ ਮੀਆਂ ਮੀਰ ਵਰਗੇ ਸੰਤ ਉੱਥੇ ਆਏ, ਸੂਫੀ ਫਕੀਰ ਆਏ। ਗੁਰਮੁਖੋ ਕੱਲੇ ਸਾਈਂ ਮੀਆਂ ਮੀਰ ਹੀ ਨਹੀਂ ਆਏ, ਮਹਾਰਾਜ ਨੇ ਸਾਰਿਆਂ ਮਤਾਂ ਦੇ ਸੰਤ ਸਾਧੂ ਬੁਲਾਏ, ਬੜਾ ਵੱਡਾ ਜੱਗ ਕਰਿਆ। ਫਿਰ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਸਾਜਨਾ ਕਰਨ ਵਾਸਤੇ ਨਿਉ ਰੱਖੀ ਗਈ। ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਨੇ ਕਾਰਜ ਆਪ ਕਰਿਆ ਆਪਣੇ ਸ਼ੁਭ ਹਸਤ ਕਮਲਾਂ ਦੇ ਨਾਲ। ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਉਹ ਕਥਾ ਦੇ ਵਿੱਚ ਇਹ ਬਚਨ ਦੱਸਿਆ ਕਰਦੇ ਸਨ ਕਿ ਜਿਹੜੀ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਹੈ, ਨੀਂਹ ਪੱਥਰ ਰੱਖਣ ਦੀ ਸੇਵਾ ਹੈ, ਇਹ ਸਾਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਆਪ ਕਰਵਾਈ ਹੈ, ਆਪ ਕੀਤੀ ਮਹਾਰਾਜ ਸਾਹਿਬ ਦੀਆਂ ਨੇ। ਸੰਤਾਂ ਨੂੰ, ਸਾਧੂਆਂ ਨੂੰ, ਗੁਰਮੁਖਾਂ ਨੂੰ ਬੁਲਾਇਆ ਜ਼ਰੂਰ ਗਿਆ ਉੱਥੇ ਕਿ ਆਓ ਭਾਈ ਸਾਡੇ ਇਸ ਕਾਰਜ ਵਿੱਚ ਸ਼ਾਮਲ ਹੋਵੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਲਾ ਸੰਯੋਗ, ਉਹ ਸੰਯੋਗ ਸਾਧੂਆਂ ਦੀ ਸੰਗਤ ਭਲੀ ਹੈ। ਉਹ ਮੂਰਤ, ਉਹ ਦੋ ਘੜੀ ਦਾ ਸਮਾਂ, ਉਹ ਵੀ ਭਾਈ ਸਫਲਾ ਹੈ। ਉਹ ਪਲ ਦਾ ਸਮਾਂ ਜਿਸ ਪਲ ਅਸੀਂ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ, ਉਹ ਵੀ ਭਾਈ ਬੜਾ ਚੰਗਾ ਹੈ। ਅਬਚਲ ਨੀਵ ਰਖਾਈ, ਜਿਸ ਵੇਲੇ ਅਬਚਲ ਇਹ ਨੀਵ ਸ੍ਰੀ ਹਰਿਮੰਦਰ ਸਾਹਿਬ ਦੀ ਰੱਖੀ ਗਈ, ਐਸੀ ਦਾਤ ਮਿਲੀ ਹੈ। ਨਾਨਕ ਪ੍ਰਭ ਭੈ ਦਿਆਲਾ, ਮਹਾਰਾਜ ਕਹਿਣ ਲੱਗੇ ਜਿਸ ਵੇਲੇ ਪ੍ਰਮਾਤਮਾ ਦਿਆਲੂ ਹੁੰਦਾ ਹੈ, ਸਰਬ ਕਲਾ ਬਣ ਆਈ, ਉਸ ਵੇਲੇ ਸਾਰੀਆਂ ਸ਼ਕਤੀਆਂ ਜੋ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀਆਂ ਉਹ ਬਣ ਆਈਆਂ, ਪ੍ਰਾਪਤ ਹੋ ਗਈਆਂ। ਉਹ ਦਾਤਾਂ ਮਿਲ ਗਈਆਂ ਜਿਹੜੀਆਂ ਪ੍ਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀਆਂ ਹਨ। ਇਹ ਸ਼ਕਤੀਆਂ ਪ੍ਰਮਾਤਮਾ ਬਖਸ਼ਿਸ਼ ਕਰ ਦਿੰਦਾ ਹੈ। ਗੁਰਮੁਖੋ ਅਸੀਂ ਸ਼ਕਤੀ ਉਹਨੂੰ ਸਮਝਦੇ ਹਾਂ ਵੀ ਹਵਾ ਦੇ ਵਿੱਚੋਂ ਕੋਈ ਚੀਜ਼ ਉੱਡ ਕੇ ਆਵੇ, ਅਸੀਂ ਆਖਦੇ ਹਾਂ ਇਹ ਸ਼ਕਤੀ ਹੈ। ਪਰਮਾਤਮਾ ਨੇ ਤੇਰੇ ਅੰਦਰ ਵੀ ਸ਼ਕਤੀ ਬਖਸ਼ੀ ਹੈ। ਇਹ ਜਿਹੜੀ ਵਿਦਿਆ ਹੈ ਤੂੰ ਪੜ੍ਹਦਾ ਹੈ, ਇਹ ਵਿਦਿਆ ਵੀ ਤੇ ਇੱਕ ਸ਼ਕਤੀ ਹੈ ਨਾ, ਤੈਨੂੰ ਅੱਖਰਾਂ ਦਾ ਗਿਆਨ ਹੈ, ਫਿਰ ਤੂੰ ਬੋਲ ਸਕਦਾ ਹੈ, ਇਹ ਵੀ ਇੱਕ ਸ਼ਕਤੀ ਹੈ। ਤੂੰ ਸੁਣ ਸਕਦਾ ਹੈ, ਇਹ ਵੀ ਇੱਕ ਸ਼ਕਤੀ ਹੈ। ਤੂੰ ਵੇਖ ਸਕਦਾ ਹੈ, ਇਹ ਵੀ ਤੇ ਸ਼ਕਤੀ ਹੈ ਨਾ। ਜਿਹੜਾ ਅੰਨਾ ਹੈ ਉਹਨੂੰ ਪੁੱਛੋ ਅੱਖਾਂ ਦੀ ਕੀਮਤ, ਜਿਹੜਾ ਬੋਲਾ ਹੈ ਉਹਨੂੰ ਪੁੱਛ ਲਈਏ ਕੰਨਾਂ ਦੀ ਕੀਮਤ। ਅਸੀਂ ਸ਼ਕਤੀ ਉਹ ਸਮਝਦੇ ਹਾਂ ਜਿਹੜੀ ਸਾਨੂੰ ਕਿਸੇ ਨਾਟਕ ਵਿੱਚ ਵਿਖਾਈ ਗਈ ਹੈ, ਬਾਹਰੋਂ ਉੱਡ ਕੇ ਤੁਰੀ ਆਉਂਦੀ, ਉਹ ਸ਼ਕਤੀ ਹੈ। ਪਰ ਸ਼ਕਤੀਆਂ ਤੇ ਪ੍ਰਮਾਤਮਾ ਦੀਆਂ ਤੇਰੇ ਅੰਦਰ ਹੀ ਵਰਤਦੀਆਂ ਪਈਆਂ। ਸੁਣਨ ਦੀ ਸ਼ਕਤੀ, ਬੋਲਣ ਦੀ ਸ਼ਕਤੀ, ਵੇਖਣ ਦੀ ਸ਼ਕਤੀ, ਚੱਲਣ ਦੀ ਸ਼ਕਤੀ, ਪ੍ਰਸ਼ਾਦਾ ਪਾਣੀ ਛਕਣ ਦੀ, ਉਸ ਨੂੰ ਹਜਮ ਕਰਨ ਦੀ ਸ਼ਕਤੀ, ਤੇਰੇ ਸੰਸਾਰੀ ਕੰਮ ਹੁੰਦੇ ਪਏ, ਪਰਿਵਾਰਕ ਕੰਮ ਹੁੰਦੇ ਪਏ, ਸਾਰੀਆਂ ਸ਼ਕਤੀਆਂ ਹੀ ਵਰਤਦੀਆਂ ਪਈਆਂ। ਮਹਾਰਾਜ ਬਖਸ਼ਿਸ਼ ਕਰਦੇ ਕਹਿਣ ਲੱਗੇ ਸਰਬ ਕਲਾ ਬਣ ਆਈ। ਜਿਸ ਵੇਲੇ ਗੁਰੂ ਦੇ ਸੇਵਕ ਬਣੇ, ਪਰਮਾਤਮਾ ਦਿਆਲੂ ਹੋਇਆ, ਉਸ ਵੇਲੇ ਸਾਰੀਆਂ ਸ਼ਕਤੀਆਂ ਬਣ ਆਈਆਂ।
ਇਹ ਸਾਰੀਆਂ ਦਾਤਾਂ ਪ੍ਰਮਾਤਮਾ ਵੱਲੋਂ ਮਿਲੀਆਂ ਹਨ। ਆਨੰਦਾ ਵਜੇ ਨਿਤ ਵਾਜੇ, ਆਨੰਦਦਾਇਕ ਵਾਜੇ ਜਿਹੜੇ ਗੁਰਮੁਖਾਂ ਦੇ ਸਦਾ ਵੱਜਦੇ ਹਨ। ਪਾਰ ਬ੍ਰਹਮਨ ਉਠਾ ਰਾਮ, ਕਿਉਂਕਿ ਪਾਰ ਬ੍ਰਹਮ ਪਰਮੇਸ਼ਰ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਆ ਕੇ ਵਸਿਆ ਹੈ। ਗੁਰਮੁਖ ਸੱਚ ਕਰਨੀ ਸਾਰੀ, ਜਿਹੜੇ ਗੁਰਮੁਖ ਨੇ ਨਾ ਭਾਈ, ਉਹਨਾਂ ਦੀ ਕਰਨੀ ਜਿਹੜੀ ਹੈ ਨਾ ਕਮਾਈ, ਉਹ ਸਾਰੀ ਦੀ ਸਾਰੀ ਮਹਾਰਾਜ ਕਹਿਣ ਲੱਗੇ ਸੱਚੀ ਹੈ, ਸਫਲੀ ਹੈ। ਗੁਰਮੁਖਾਂ ਦੀ ਕਰਨੀ ਸਫਲੀ ਹੈ, ਸਾਡੀ ਨਹੀਂ ਹੈ, ਕਿਉਂਕਿ ਅਸੀਂ ਦੁਨਿਆਵੀ ਕੰਮਾਂ ਵਿੱਚ ਲੱਗੇ ਆ ਨਾ। ਗੁਰਮੁਖ ਜਿਹੜੇ ਨੇ ਉਹ ਨਿਰੰਕਾਰੀ ਕੰਮਾਂ 'ਚ ਲੱਗੇ, ਉਹ ਲੱਗੇ ਬੰਦਗੀ ਵਾਲੇ ਪਾਸੇ। ਇਸ ਕਰਕੇ ਗੁਰਮੁਖਾਂ ਦੀ ਜਿਹੜੀ ਕਰਨੀ ਹੈ ਨਾ, ਉਹ ਭਾਈ ਸਾਰੀ ਦੀ ਸਾਰੀ ਸੱਚੀ ਸਫਲੀ ਹੈ। ਇਸ ਭ੍ਰਮ ਭੈ ਝੂਠਾ ਰਾਮ, ਉਹਨਾਂ ਗੁਰਮੁਖਾਂ ਦੇ ਭਰਮ ਦੂਰ ਹੋ ਜਾਂਦੇ। ਭਾਵੇਂ ਅਸੀਂ ਦੁਨਿਆਵੀ ਪੜ੍ਹਾਈ ਜਿੰਨੀ ਮਰਜ਼ੀ ਕਰ ਲਈਏ, ਪਰ ਸਾਡਾ ਭਰਮ ਦੂਰ ਨਹੀਂ ਹੁੰਦਾ ਹੈ। ਗੁਰਮੁਖ ਜਿਹੜੇ ਨਾਮ ਜਪਣ ਵਾਲੇ ਨੇ, ਭਾਵੇਂ ਉਹ ਦੁਨਿਆਵੀ ਪੜ੍ਹਾਈ ਨਾ ਕਰਦੇ ਹੋਣ, ਪਰ ਉਹਨਾਂ ਦੇ ਨੇੜੇ ਭਰਮ ਆਉਂਦਾ ਹੀ ਨਹੀਂ ਹੈ। ਨਾਮ ਜਪਣ ਵਾਲਿਆਂ ਦੇ ਭਰਮ ਨਾਸ ਹੋ ਜਾਂਦੇ, ਨਾਮ ਜਪਣ ਵਾਲਿਆਂ ਦੇ ਭੈ ਨਾਸ ਹੋ ਜਾਂਦੇ। ਇੱਕ ਤੇ ਸਾਨੂੰ ਦੁਨੀਆਦਾਰੀ ਦਾ ਭੈ ਹੈ ਨਾ, ਦੁਨੀਆ ਕੀ ਕਵੇਗੀ, ਰਾਜਾ ਕੀ ਕਵੇਗਾ, ਸਰਕਾਰ ਕੀ ਕਵੇਗੀ। ਇਸ ਤੋਂ ਅੱਗੇ ਫਿਰ ਮੌਤ ਦਾ ਭੈ ਹੈ, ਪਰ ਗੁਰਮੁਖਾਂ ਦਾ ਇਹ ਭੈ ਖਤਮ ਹੋ ਜਾਂਦਾ ਹੈ। ਝੂਠਾ ਰਾਮ, ਇਹ ਭਰਮ ਤੇ ਭੈ ਝੂਠੇ ਨਾਸ ਹੋ ਜਾਂਦੇ। ਜਾਂ ਕਹਿ ਲਈਏ ਝੂਠ ਬੋਲਣ ਦੀ ਆਦਤ ਵੀ ਚਲੇ ਜਾਂਦੀ ਹੈ। ਨਾਮ ਜਪਣ ਵਾਲਿਆਂ ਦੀ ਐਸੀ ਦਾਤ ਮਿਲਦੀ ਹੈ। ਅਨਹਦ ਬਾਣੀ ਗੁਰਮੁਖ ਵਖਾਣੀ, ਅਨਹਦ ਜਿਹੜੀ ਇੱਕ ਰਸ ਬ੍ਰਹਮ ਬਾਣੀ ਹੈ, ਉਹ ਗੁਰਮੁਖਾਂ ਨੇ ਵਖਾਣੀ ਕਹੀਏ ਕਥਨ ਕੀਤੀ ਹੈ। ਜਸ ਸੁਣ ਸੁਣ ਮਨ ਤਨ ਹਰਿਆ, ਐ ਅਕਾਲ ਪੁਰਖ ਆਪ ਜੀ ਦਾ ਜਸ ਸੁਣ ਸੁਣ ਕੇ ਮੇਰਾ ਮਨ ਵੀ ਹਰਿਆ ਹੋ ਗਿਆ, ਮੇਰਾ ਤਨ ਵੀ ਹਰਿਆ ਭਰਿਆ ਹੋ ਗਿਆ। ਮਨ ਅਤੇ ਤਨ ਦੋਨੇ ਹੀ ਸ਼ੁਭ ਗੁਣਾਂ ਦੇ ਨਾਲ ਹਰੇ ਭਰੇ ਹੋ ਗਏ ਆਪ ਜੀ ਦੀ ਬਾਣੀ ਸਰਵਨ ਕਰਕੇ। ਸਰਬ ਸੁਖਾਂ ਤਿਸ ਹੀ ਬਣ ਆਏ, ਉਸ ਗੁਰਮੁਖ ਨੂੰ ਸਾਰੇ ਸੁਖ ਬਣ ਜਾਂਦੇ, ਸਾਰੇ ਸੁਖ ਪ੍ਰਾਪਤ ਹੁੰਦੇ ਹਨ। ਜੋ ਪ੍ਰਭ ਆਪਣਾ ਕਰਿਆ, ਜਿਸ ਨੂੰ ਪ੍ਰਮਾਤਮਾ ਨੇ ਆਪਣਾ ਬਣਾਇਆ ਹੈ, ਉਸ ਗੁਰਮੁਖ ਨੂੰ ਸਾਰੇ ਸੁਖ ਬਣ ਆਉਂਦੇ। ਕਈ ਵਾਰੀ ਗੁਰਮੁਖੋ ਕੀ ਹੁੰਦਾ, ਸਾਡੇ ਘਰ ਵਿੱਚ ਸਾਰੇ ਹੀ ਪਦਾਰਥ ਹੁੰਦੇ, ਬੜਾ ਸੋਹਣਾ ਘਰ ਬਣਿਆ, ਘਰ ਦੇ ਵਿੱਚ ਸਾਰੀਆਂ ਵਸਤੂਆਂ ਜਿਹੜੀਆਂ ਸਾਨੂੰ ਚਾਹੀਦੀਆਂ, ਸਾਰੀਆਂ ਵਸਤੂਆਂ ਹੋਣ ਦੇ ਬਾਵਜੂਦ ਵੀ ਕਈ ਵਾਰੀ ਮਨ ਨੂੰ ਸੁਖ ਨਹੀਂ ਹੁੰਦਾ ਹੈ, ਮਨ ਨੂੰ ਸ਼ਾਂਤੀ ਨਹੀਂ ਹੁੰਦੀ ਹੈ। ਘਰ ਸੋਹਣਾ ਬਣਿਆ ਹੈ, ਪਰ ਘਰ ਜਾਣ ਨੂੰ ਜੀ ਨਹੀਂ ਕਰਦਾ, ਉੱਥੇ ਕਲੇਸ਼ ਬੜਾ ਹੈ। ਮਨੁੱਖ ਇਹ ਸੋਚਦਾ ਵੀ ਜਿੰਨਾ ਸਮਾਂ ਬਾਹਰ ਕੱਢਿਆ ਜਾਵੇ ਉਹੀ ਚੰਗਾ ਹੈ। ਘਰ ਬਣਿਆ ਤੇ ਸੋਹਣਾ ਹੈ, ਪਰ ਕਲੇਸ਼ ਕਰਕੇ ਉੱਥੇ ਜਾਣ ਨੂੰ ਜੀ ਨਹੀਂ ਕਰਦਾ। ਘਰ ਦੇ ਵਿੱਚ ਪਦਾਰਥ ਤੇ ਬੜੇ ਨੇ, ਖਾਣ ਪੀਣ ਵਾਲੇ, ਆਉਣ ਜਾਣ ਵਾਲੇ, ਸੁੱਖ ਦੇਣ ਵਾਲੇ, ਪਰ ਉਹਨਾਂ ਪਦਾਰਥਾਂ ਵਿੱਚ ਰਹਿ ਕੇ ਵੀ ਕਈ ਵਾਰੀ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਹੈ। ਮਨ ਹਰ ਵੇਲੇ ਦੁਖੀ ਰਹਿੰਦਾ ਹੈ ਤੇ ਉਹ ਚੀਜ਼ਾਂ ਸੁੱਖ ਨਹੀਂ ਦੇ ਪਾਉਂਦੀਆਂ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ, ਜਿਹਨੂੰ ਪ੍ਰਮਾਤਮਾ ਨੇ ਆਪਣਾ ਬਣਾ ਲਿਆ ਨਾ, ਸਰਬ ਸੁਖਾ ਤਿਸ ਹੀ ਬਣ ਆਏ। ਉਹ ਭਾਵੇਂ ਬਾਹਰ ਰੜੇ ਮੈਦਾਨ 'ਚ ਬੈਠਾ, ਉਹਨੂੰ ਉੱਥੇ ਵੀ ਸੁੱਖ ਹੈ। ਬਚਨ ਹੈ ਨਾ ਮਹਾਰਾਜ ਜੀਆਂ ਦਾ, ਭਲੀ ਸੁਹਾਵੀ ਛਾਪਰੀ ਜਾ ਮੈਂ ਹਰ ਗੁਣ ਗਾਏ, ਕਿਤੇ ਹੀ ਕਾਮਨਾ ਧੌਲ ਹਰ ਜਿਤ ਹਰ ਵਿਸਰਾਏ। ਇੱਕ ਪਾਸੇ ਤੇ ਬੜਾ ਵੱਡਾ ਘਰ ਬਣਿਆ, ਮਹਿਲ ਬਣਿਆ, ਪਰ ਉੱਥੇ ਮਹਿਲ ਵਿੱਚ ਰਹਿਣ ਵਾਲੇ ਨੂੰ ਰੱਬ ਨਹੀਂ ਚੇਤੇ ਹੈ। ਉਹ ਮਹਿਲ ਵੀ ਉਸ ਨੂੰ ਦੁੱਖ ਰੂਪ ਹੀ ਹੈ। ਪਹਿਲਾਂ ਤੇ ਮਹਿਲ ਵਿੱਚ ਸ਼ਾਂਤੀ ਨਹੀਂ ਆਈ, ਤੜਫਦਾ ਰਿਹਾ। ਜਦੋਂ ਮਰਨ ਲੱਗਾ, ਮਹਿਲ ਨੂੰ ਛੱਡਣ ਲੱਗਾ, ਮਹਿਲ ਦਾ ਚੇਤਾ ਆ ਗਿਆ, ਪ੍ਰੇਤ ਬਣ ਕੇ ਉੱਥੇ ਹੀ ਬੈਠ ਗਿਆ, ਮੁਕਤ ਨਹੀਂ ਹੋ ਸਕਿਆ। ਦੂਜੇ ਪਾਸੇ ਰੱਬ ਦਾ ਭਗਤ ਬਾਹਰ ਹੀ ਬੈਠਾ, ਸੜਕ ਤੇ ਹੀ ਬੈਠਾ, ਰਾਹ ਤੇ ਹੀ ਬੈਠਾ ਹੋਇਆ, ਉਹਦੇ ਕੋਲ ਮਹਿਲ ਨਹੀਂ ਹੈ, ਮਾੜੇ ਮੋਟੇ ਜਿਹੇ ਬਸਤਰ, ਮਾੜੀ ਮੋਟੀ ਜੀ ਛੰਨ ਛਪਰੀ ਹੈ, ਪਰ ਉਹ ਪ੍ਰਮਾਤਮਾ ਦਾ ਨਾਮ ਜਪਦਾ ਹੋਇਆ ਉੱਥੇ ਹੀ ਬੜਾ ਸ਼ਾਂਤ ਹੈ, ਬੜਾ ਸੁਖੀ ਹੈ। ਮਹਾਰਾਜ ਕਹਿਣ ਲੱਗੇ ਸਰਬ ਸੁਖਾ ਤੇ ਸਹੀ ਬਣ ਆਏ, ਸਾਰੇ ਸੁਖ ਉਸ ਨੂੰ ਬਣ ਆਏ, ਪ੍ਰਾਪਤ ਹੋਏ, ਜਿਹਨੂੰ ਪ੍ਰਮਾਤਮਾ ਆਪਣਾ ਬਣਾ ਲੈਂਦਾ ਹੈ। ਕਰਮ ਨਾਮ ਨਿਧ ਭਰੇ ਭੰਡਾਰਾ, ਰਾਮ ਨਾਮ ਰੰਗ ਲਾਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਘਰ ਦੇ ਵਿੱਚ 9 ਨਿਧੀਆਂ ਤੇ 18 ਸਿੱਧੀਆਂ ਦੇ ਭੰਡਾਰੇ ਭਰੇ ਹੋਏ ਹਨ, ਪਰ ਇਹ ਉਹਨਾਂ ਗੁਰਮੁਖਾਂ ਦੇ ਭਰੇ ਨੇ ਜਿਨ੍ਹਾਂ ਦਾ ਰਾਮ ਦੇ ਨਾਮ ਦੇ ਵਿੱਚ ਮਨ ਲੱਗਾ ਹੈ।
ਰਾਮ ਦੇ ਨਾਮ ਦੇ ਵਿੱਚ ਮਨ ਲਾਉਣ ਕਰਕੇ ਜਿਨ੍ਹਾਂ ਦਾ ਪ੍ਰੇਮ ਬਣ ਗਿਆ ਉਹਦੇ ਨਾਲ, ਉਹਨਾਂ ਗੁਰਮੁਖਾਂ ਦੇ ਇਹ ਸਾਰੇ ਭੰਡਾਰੇ ਜਿਹੜੇ ਹਨ ਨਵ ਨਦੀਆਂ ਦੇ ਭਰੇ ਹੋਏ ਹਨ। ਜਨ ਨਾਨਕ ਨਾਨਕ ਜਨ ਪ੍ਰਭ ਕਦੇ ਨਾ ਵਿਸਰੈ। ਉਹਨਾਂ ਗੁਰਮੁਖਾਂ ਨੂੰ ਕਦੇ ਪ੍ਰਮਾਤਮਾ ਵਿਸਰਦਾ ਨਹੀਂ, ਭੁੱਲਦਾ ਨਹੀਂ ਹੈ। ਪੂਰਨ ਜਾ ਕੇ ਭਾਗਾ ਜਿਸ ਦੇ ਚੰਗੇ ਭਾਗ ਨੇ। ਗੁਰਮੁਖੋ ਸਾਡੇ ਵੀ ਚੰਗੇ ਭਾਗ ਨੇ ਕਿ ਸਾਨੂੰ 24 ਘੰਟਿਆਂ ਵਿੱਚ ਕਦੇ ਤੇ ਯਾਦ ਆਉਂਦਾ ਹੈ ਨਾ। ਮੰਨ ਲਓ ਅਸੀਂ 24 ਘੰਟਿਆਂ ਵਿੱਚ 1 ਘੰਟਾ ਸੰਗਤ ਵਿੱਚ ਹੁਣ ਬੈਠ ਕੇ ਚੱਲੇ ਆ, 1 ਘੰਟਾ ਤੇ ਸਾਨੂੰ ਯਾਦ ਆਇਆ ਹੈ ਨਾ। ਬਹੁਤਿਆਂ ਨਾਲੋਂ ਫਿਰ ਵੀ ਚੰਗੇ ਹਾਂ। ਸ਼ਾਮ ਪਵੇਗੀ ਫਿਰ ਰਹਿ ਰਾਸ ਦਾ ਪਾਠ ਚੇਤੇ ਆਵੇਗਾ, ਕੀਰਤਨ ਸੋਹਲੇ ਦਾ ਪਾਠ ਚੇਤੇ ਆਵੇਗਾ। ਸ਼ਾਮ ਨੂੰ ਵੀ ਉਹਨੂੰ ਚੇਤੇ ਕਰ ਲਵਾਂਗੇ, ਦਿਨੇ ਵੀ ਉਹਨੂੰ ਚੇਤੇ ਕਰ ਲਿਆ। ਤੇ ਦਿਨ ਦੇ ਵਿੱਚ ਹੋ ਸਕਦਾ ਸਾਡਾ ਬਾਣੀ ਪੜ੍ਹਨ ਦਾ ਮਨ ਕਰ ਪਵੇ, ਅਸੀਂ ਪਾਠ ਕਰ ਹੀ ਲਈਏ ਸੁਖਮਨੀ ਸਾਹਿਬ ਦਾ। ਚੰਗੇ ਭਾਗ ਨੇ ਜੋ ਇੰਨਾ ਵੀ ਚੇਤੇ ਆਉਂਦਾ। ਪਰ ਦੁਨੀਆ ਵਿੱਚ ਉਹ ਵੀ ਲੋਕ ਨੇ ਜਿਨ੍ਹਾਂ ਨੂੰ ਕਦੇ ਉਹ ਚੇਤੇ ਹੀ ਨਹੀਂ ਆਇਆ, ਕਦੇ ਯਾਦ ਨਹੀਂ ਆਇਆ ਹੈ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ, ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਨੂੰ ਤੇ ਉਹ ਕਦੇ ਭੁੱਲਦਾ ਹੀ ਨਹੀਂ। ਗੁਰਮੁਖੋ ਉਹ ਵੀ ਨੇ ਦੁਨੀਆ ਵਿੱਚ ਜਿਨ੍ਹਾਂ ਨੂੰ ਕਦੇ ਭੁੱਲਦਾ ਹੀ ਨਹੀਂ, ਨਾ ਰਾਤ ਨੂੰ ਨਾ ਦਿਨੇ, ਨਾ ਸਵੇਰੇ ਨਾ ਸ਼ਾਮ। ਐਸੇ ਵੀ ਦੁਨੀਆ ਵਿੱਚ ਹਨ ਭਗਤ ਜਿਨ੍ਹਾਂ ਨੂੰ ਕਦੇ ਵਿਸਰਦਾ ਨਹੀਂ। ਚਲੋ ਜੇ ਅਸੀਂ ਉਹਨਾਂ ਵਿੱਚ ਨਹੀਂ ਆਉਂਦੇ ਜਿਨ੍ਹਾਂ ਨੂੰ ਕਦੇ ਵਿਸਰਦਾ ਨਹੀਂ, ਪਰ ਕਦੇ ਕਦੇ ਤੇ ਸਾਨੂੰ ਵੀ ਚੇਤੇ ਆਉਂਦਾ ਨਾ, ਸਵੇਰੇ ਸ਼ਾਮ ਹੀ ਸਹੀ ਆਉਂਦਾ ਤੇ ਹੈ। ਪਰ ਦੁਨੀਆ ਵਿੱਚ ਉਹ ਵੀ ਨੇ ਜਿਨ੍ਹਾਂ ਨੂੰ ਕਦੇ ਉਹ ਚੇਤੇ ਆਇਆ ਹੀ ਨਹੀਂ ਹੈ। ਮਹਾਰਾਜ ਕਹਿਣ ਲੱਗੇ ਉਹ ਵੱਡਿਆਂ ਭਾਗਾਂ ਵਾਲੇ ਜਿਨ੍ਹਾਂ ਨੂੰ ਪ੍ਰਮਾਤਮਾ ਚੇਤੇ ਆਉਂਦਾ ਹੈ। ਛਾਇਆ ਪ੍ਰਭ ਛਤਰਪਤ ਕੀਨੀ ਸਗਲੀ ਤਪਤ ਬਿਨਾਸੀ ਰਾਮ। ਸਤਿਗੁਰੂ ਕਹਿਣ ਲੱਗੇ ਉਹ ਛਤਰਪਤੀ ਪ੍ਰਮਾਤਮਾ ਨੇ ਸ੍ਰੀ ਹਰਿਮੰਦਰ ਸਾਹਿਬ ਰੂਪੀ ਛਾਇਆ ਕਹੀਏ ਇਹ ਸੁੰਦਰ ਵਸਤੂ ਬਣਾਉਣਾ ਕੀਤੀ ਹੈ। ਸ੍ਰੀ ਹਰਿਮੰਦਰ ਸਾਹਿਬ ਨੂੰ ਬਣਾਇਆ ਹੈ। ਇਹ ਉਹ ਛਤਰਪਤੀ ਪ੍ਰਮਾਤਮਾ ਦੀ ਮਿਹਰ ਹੋਈ ਤਾਂ ਬਣਿਆ ਹੈ। ਛਾਇਆ ਪ੍ਰਭ ਛਤਰਪਤ ਕੀਨੀ, ਉਹ ਛਤਰਪਤੀ ਪ੍ਰਮਾਤਮਾ ਨੇ ਇਹ ਛਾਇਆ ਜਿਹੜਾ ਹਰਿਮੰਦਰ ਸਾਹਿਬ ਬਣਾ ਕੇ ਸਾਨੂੰ ਬਖਸ਼ਿਸ਼ ਕੀਤਾ ਹੈ। ਇਸ ਵਿੱਚ ਬੈਠ ਕੇ ਸਾਰੀ ਜਿਹੜੀ ਤਪਸ਼ ਹੈ ਉਹ ਬੁੱਝ ਜਾਂਦੀ ਹੈ। ਗੁਰਮੁਖੋ ਸਾਡਾ ਮਨ ਹਰ ਵੇਲੇ ਸੜਦਾ ਨਾ, ਕਦੇ ਈਰਖਾ ਵਿੱਚ, ਕਦੇ ਲੋਭ ਦੇ ਵਿੱਚ, ਕਦੇ ਕਾਮ ਦੇ ਵਿੱਚ, ਕਦੇ ਨਿੰਦਿਆ ਦੇ ਵਿੱਚ। ਪਰ ਜਦੋਂ ਅਸੀਂ ਹਰਿਮੰਦਰ ਸਾਹਿਬ ਜਾਂਦੇ ਹਾਂ, ਪੌੜੀਆਂ ਥੱਲੇ ਉਤਰਦੇ ਹਾਂ, ਸਾਹਮਣੇ ਗੁਰੂ ਕਾ ਦਿਦਾਰਾ ਹੁੰਦਾ ਹੈ, ਦਰਸ਼ਨ ਪ੍ਰਾਪਤ ਹੁੰਦਾ, ਬਾਣੀ ਕੰਨਾਂ ਵਿੱਚ ਪੈਂਦੀ, ਨਾਲ ਹੀ ਸ਼ਾਂਤੀ ਆ ਜਾਂਦੀ ਹੈ, ਨਾਲ ਹੀ ਮਨ ਨੂੰ ਸਕੂਨ ਪ੍ਰਾਪਤ ਹੁੰਦਾ ਹੈ। ਮਹਾਰਾਜ ਕਹਿਣ ਲੱਗੇ ਇਹ ਐਸੀ ਸੁੰਦਰ ਦਾਤ ਹੈ ਜਿਸ ਨੂੰ ਪ੍ਰਾਪਤ ਕਰਕੇ ਸਾਰੀ ਤਪਸ਼ ਦੂਰ ਹੋ ਜਾਂਦੀ ਹੈ, ਸ਼ਾਂਤੀ ਪ੍ਰਾਪਤ ਹੁੰਦੀ ਹੈ, ਈਰਖਾ ਪਰੇ ਹੋ ਜਾਂਦੀ ਹੈ। ਦੁੱਖ ਪਾਪ ਕਾ ਡੇਰਾ ਢਾਠਾ, ਇਹ ਦੁੱਖਾਂ ਤੇ ਪਾਪਾਂ ਦਾ ਜਿਹੜਾ ਡੇਰਾ ਹੈ। ਬਚਨ ਆਪਾਂ ਪੜ੍ਹਦੇ ਆ ਨਾ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਹ ਕਾ ਡੇਰਾ। ਦੁੱਖ ਤੇ ਰੋਹ ਘਰ ਵਿੱਚ ਬੈਠੇ। ਗੁਰੂ ਹਰਗੋਬਿੰਦ ਪਾਤਸ਼ਾਹ ਦਾ ਅਵਤਾਰ ਨਹੀਂ ਹੋਇਆ। ਮਾਤਾ ਗੰਗਾ ਸਾਹਿਬ ਜੀ ਤੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਵਿਆਹ ਹੋਏ ਨੂੰ ਕਾਫੀ ਸਮਾਂ ਲੰਘ ਗਿਆ। ਲੋਕ ਆਖਦੇ ਆ ਕੇ ਤੁਹਾਨੂੰ ਫਲਾਣੀ ਬਿਮਾਰੀ ਹੋ ਸਕਦੀ ਹੈ, ਫਲਾਣਾ ਰੋਗ ਹੋ ਸਕਦਾ, ਦਵਾਈ ਲਾਓ ਕਿਸੇ ਵੈਦ ਹਕੀਮ ਤੋਂ। ਤੁਸੀਂ ਰੋਗੀ ਹੋ ਤਾਂ ਤੁਹਾਡੇ ਘਰੇ ਸੰਤਾਨ ਨਹੀਂ ਹੈ। ਸੰਤਾਨ ਨਹੀਂ ਹੈ ਤੇ ਤੁਸੀਂ ਦੁਖੀ ਹੋ। ਲੋਕਾਂ ਨੇ ਉਲਾਂਭੇ ਦੇਣੇ, ਮਾੜੇ ਬਚਨ ਵੀ ਬੋਲਣੇ, ਮਾਤਾ ਗੰਗਾ ਜੀਆਂ ਨੇ ਚਿੰਤਾ ਵਿੱਚ ਪੈ ਜਾਣਾ। ਪਰ ਜਦੋਂ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਦੇ ਨਾਲ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦਾ ਅਵਤਾਰ ਹੋਇਆ, ਸੰਗਤਾਂ ਸਿੱਖਾਂ ਨੇ ਦੱਸਿਆ ਮਹਾਰਾਜ ਘਰ ਵਿੱਚ ਸਪੁੱਤਰ ਪੈਦਾ ਹੋਇਆ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਪਰਮੇਸ਼ਰ ਦਿੱਤਾ ਬੰਨਾ। ਬੰਨਾ ਨਾਮ ਪੁੱਤਰ ਦਾ ਹੈ। ਪਰਮੇਸ਼ਰ ਨੇ ਸਾਨੂੰ ਇਹ ਬੰਨਾ ਪੁੱਤਰ ਬਖਸ਼ਿਆ ਹੈ। ਤੇ ਪੁੱਤਰ ਪ੍ਰਾਪਤ ਹੋਣ ਤੋਂ ਮਗਰੋਂ ਦੁੱਖ ਰੋਗ ਕਾ ਡੇਰਾ ਭੰਨਾ। ਜਿਹੜੇ ਦੁੱਖ ਤੇ ਰੋਗ ਡੇਰਾ ਲਾ ਕੇ ਘਰੇ ਬੈਠੇ ਸਨ, ਲੋਕ ਆਖਦੇ ਤੁਸੀਂ ਰੋਗੀ ਹੋ, ਦਵਾਈ ਲਓ, ਤੁਹਾਡੇ ਘਰੇ ਸੰਤਾਨ ਨਹੀਂ, ਤੁਸੀਂ ਦੁਖੀ ਹੋ। ਇਹ ਦੁੱਖ ਤੇ ਇਹ ਜਿਹੜੇ ਰੋਗ ਡੇਰਾ ਲਾ ਕੇ ਬੈਠੇ ਸਨ ਉਹ ਸਾਰੇ ਭੱਜ ਗਏ, ਚਲੇ ਗਏ। ਉਸ ਤੋਂ ਬਾਅਦ ਵਿੱਚ ਨਹੀਂ ਕਿਸੇ ਨੇ ਆਖਿਆ ਵੀ ਤੁਸੀਂ ਰੋਗੀ ਹੋ, ਜਾਂ ਕਿਸੇ ਨੇ ਕੋਈ ਦੁੱਖ ਦਾ ਬਚਨ ਨਹੀਂ ਕੀਤਾ ਹੈ।
ਅਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ। ਪਰਮੇਸ਼ਰ ਨੇ ਕਿਰਪਾ ਕੀਤੀ ਤੇ ਸੁਖ ਮੰਗਲ ਹੋ ਗਏ। ਮਹਾਰਾਜ ਕਹਿਣ ਲੱਗੇ ਭਾਈ ਦੂਖ ਪਾਪ ਕਾ ਡੇਰਾ ਢਾਠਾ, ਦੁੱਖਾਂ ਦਾ ਪਾਪਾਂ ਦਾ ਰੋਗਾਂ ਦਾ ਡੇਰਾ ਪੱਕਾ ਜਿਹੜਾ ਉਹਨਾਂ ਨੇ ਘਰ ਬਣਾ ਕੇ ਰੱਖਿਆ ਉਹ ਸਾਰੇ ਗੁਰੂ ਤੋੜ ਦਿੰਦਾ, ਦੂਰ ਕਰ ਦਿੰਦਾ ਹੈ। ਕਾਰਜ ਆਇਆ ਰਾਸੀ ਰਾਮ। ਤੇ ਗੁਰਮੁਖਾਂ ਦਾ ਇਹ ਮਨੁੱਖਾ ਜਨਮ ਰੂਪੀ ਜਿਹੜਾ ਕਾਰਜ ਹੈ ਨਾਮ ਜਪਣ ਦਾ ਰਾਸ ਹੋ ਜਾਂਦਾ, ਸਫਲਾ ਹੋ ਜਾਂਦਾ ਹੈ। ਹਰ ਪ੍ਰਭ ਫਰਮਾਇਆ ਮਿੱਟੀ ਬੁਲਾਇਆ। ਜਿਸ ਵੇਲੇ ਪ੍ਰਮਾਤਮਾ ਨੇ ਫਰਮਾਇਆ, ਬਖਸ਼ਿਸ਼ ਕੀਤੀ ਨਾ, ਹੁਕਮ ਕੀਤਾ ਤੇ ਮਿੱਟੀ ਬੁਲਾਇਆ। ਗੁਰਮੁਖੋ ਬੁਲਾਇਆ ਨਾਮ ਹੈ ਬਲਾ ਦਾ। ਇਹ ਜਿਹੜੀ ਅਵਿਦਿਆ ਰੂਪੀ ਬਲਾ ਹੈ, ਅਵਿਦਿਆ ਜਿਹਨੂੰ ਆਪਾਂ ਕਹਿ ਦਿੰਦੇ ਬੇਸਮਝੀ, ਬੇਅਕਲੀ, ਗਿਆਤ ਕੋਈ ਨਾ ਹੋਵੇ, ਸਮਝ ਕੋਈ ਨਾ ਹੋਵੇ, ਪਰ ਪ੍ਰਭ ਫਰਮਾਇਆ ਮਿੱਟੀ ਬੁਲਾਇਆ। ਪਰਮਾਤਮਾ ਨੇ ਹੁਕਮ ਕੀਤਾ, ਅਵਿਦਿਆ ਰੂਪੀ ਬਲਾ ਜਿਹੜੀ ਉਹ ਨਾਸ ਹੋ ਜਾਂਦੀ ਹੈ। ਸਾਚ ਧਰਮ ਪੁੰਨ ਫਲਿਆ। ਤੇ ਗੁਰਮੁਖੋ ਇਹ ਸੱਚਾ ਧਰਮ ਜਿਹੜਾ ਹੈ ਇਹ ਪੁੰਨਾਂ ਦੇ ਸਮੇਤ ਫਲ ਜਾਂਦਾ ਹੈ। ਧਰਮ ਜਿਹੜਾ ਹੈ ਉਹ ਪੁੰਨਾਂ ਦੇ ਫਲ ਨੂੰ ਬਖਸ਼ਿਸ਼ ਕਰਦਾ ਹੈ। ਸੋ ਪ੍ਰਭ ਆਪਣਾ ਸਦਾ ਧਿਆਈਐ। ਭਾਈ ਉਸ ਪਰਮਾਤਮਾ ਨੂੰ ਧਿਆਉਣਾ ਕਰੀਏ। ਸੋਵਤ ਬੈਸਤ ਖਲਿਆ। ਮਹਾਰਾਜ ਨੂੰ ਪੁੱਛਿਆ ਸਤਿਗੁਰੂ ਕਦੋਂ ਜਪੀਏ ਨਾਮ। ਮਹਾਰਾਜ ਨੇ 3 ਤਰੀਕੇ ਦੱਸੇ ਨਾਮ ਜਪਣ ਦੇ, ਜਾਂ ਆਪਾਂ ਕਹਿ ਲਈਏ 3 ਆਸਣ ਦੱਸੇ ਮਹਾਰਾਜ ਨੇ ਨਾਮ ਜਪਣ ਦੇ। ਮਹਾਰਾਜ ਕਹਿਣ ਲੱਗੇ ਸੋਵਤ, ਜਦੋਂ ਲੰਮੇ ਪਿਆ ਨਾ ਮੰਜੇ ਤੇ ਉਦੋਂ ਵੀ ਵਾਹਿਗੁਰੂ ਕਹਿਆ ਕਰ। ਵਾਹਿਗੁਰੂ ਵਾਹਿਗੁਰੂ ਕਹਿੰਦਾ ਹੀ ਸੌਂ ਜਿਆ ਕਰ। ਮੰਜੇ ਤੇ ਪੈ ਕੇ ਸੌਂਦਿਆਂ ਸੌਂਦਿਆਂ ਨਾਮ ਜਪਦਾ ਜਪਦਾ ਸੌਂ ਗਿਆ। ਸੁੱਤਾ ਹੋਇਆ ਵੀ ਬਾਣੀ ਪੜ੍ਹਦਾ ਪਿਆ, ਸੁੱਤਾ ਹੋਇਆ ਵੀ ਵਾਹਿਗੁਰੂ ਕਹਿੰਦਾ। ਅਗਲਾ ਬਚਨ ਮਹਾਰਾਜ ਨੇ ਆਖਿਆ ਬੈਸਤ। ਬੈਸਤ ਤੋਂ ਭਾਵ ਹੁੰਦਾ ਬੈਠਣਾ। ਜੇ ਤੂੰ ਬੈਠਾ ਹੈ ਨਾ, ਕਿਥੇ ਨਿੰਦਿਆ ਵੱਲ ਚੁਗਲੀ ਵੱਲ ਆਪਣਾ ਧਿਆਨ ਲੈ ਕੇ ਜਾਵੇਂਗਾ, ਸਮਾਂ ਬਰਬਾਦ ਕਰੇਂਗਾ। ਬੈਠ ਕੇ ਵੀ ਵਾਹਿਗੁਰੂ ਵਾਹਿਗੁਰੂ ਕਰਦਾ ਰਿਹਾ ਕਰ, ਬੈਠਿਆਂ ਵੀ ਕਰੀ ਜਾਇਆ ਕਰ। ਤੇ ਤੀਜਾ ਬਚਨ ਮਹਾਰਾਜ ਨੇ ਆਖਿਆ ਖਲਿਆ। ਖਲਿਆ ਨਾਮ ਹੈ ਖੜੇ ਹੋਣ ਦਾ, ਖਲੋਣ ਦਾ। ਜਦੋਂ ਖਲੋਤਾ ਹੋਵੇ, ਮੰਨ ਲਓ ਆਪਾਂ ਕਿਤੇ ਸਫ਼ਰ 'ਤੇ ਜਾਣਾ ਹੈ, ਕਿਸੇ ਬੱਸ ਗੱਡੀ ਨੂੰ ਉਡੀਕਦੇ ਪਏ ਆ, ਸਮਾਂ ਹੈ, ਉਹਨਾਂ ਸਮਾਂ ਖਲੋਤਿਆਂ ਹੀ ਵਾਹਿਗੁਰੂ ਵਾਹਿਗੁਰੂ ਕਰੀ ਚੱਲਿਆ ਕਰ। ਜਾਂ ਜਦੋਂ ਖੜ ਕੇ ਕਿਤੇ ਜਾਂਦਾ ਹੈ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਤੁਰ ਕੇ ਜਾਂਦਾ, ਪੈਦਲ ਜਾਂਦਾ ਹੈ, ਉਦੋਂ ਵੀ ਵਾਹਿਗੁਰੂ ਕਰਿਆ ਕਰ। ਸੋ ਪ੍ਰਭ ਆਪਣਾ ਸਦਾ ਧਿਆਈਏ। ਸਾਡਾ ਸਵਾਲ ਇਹ ਹੈ ਵੀ ਰੱਬ ਨੂੰ ਧਿਆਈਏ ਕਦੋਂ? ਲੰਮੇ ਪੈ ਕੇ ਧਿਆਈਏ, ਬੈਠ ਕੇ ਧਿਆਈਏ, ਖੜੇ ਹੋ ਕੇ ਧਿਆਈਏ। ਮਹਾਰਾਜ ਕਹਿੰਦੇ ਭਾਈ ਲੰਮੇ ਪੈ ਕੇ ਵੀ ਉਹਨੂੰ ਜਪਿਆ ਜਾ ਸਕਦਾ ਹੈ। ਹੁਣ ਕਈ ਸਰੀਰ ਬਜ਼ੁਰਗ ਹੋਣਗੇ ਨਾ, ਉਹ ਵਿਚਾਰੇ ਬੈਠ ਨਹੀਂ ਸਕਣਗੇ ਬਹੁਤਾ ਸਮਾਂ, ਗੋਡੇ ਮੋਢੇ ਸਰਵਾਈਕਲ ਦੇ ਨਾਲ ਲੱਕ ਪੀੜ ਹੁੰਦਾ, ਲੰਮੇ ਪੈ ਕੇ ਥੋੜ੍ਹਾ ਜਿਹਾ ਆਰਾਮ ਮਿਲਦਾ ਹੈ। ਇਹਦਾ ਮਤਲਬ ਇਹ ਨਹੀਂ ਵੀ ਲੰਮੇ ਪੈ ਕੇ ਨਾਮ ਨਹੀਂ ਜਪਿਆ ਜਾਂਦਾ। ਲੰਮੇ ਪੈ ਕੇ ਵੀ ਵਾਹਿਗੁਰੂ ਵਾਹਿਗੁਰੂ ਕਰ ਸਕਦਾ ਹੈ। ਜੇ ਤੇਰੇ ਕੋਲ ਬੈਠਣ ਦੀ ਸਮਰੱਥਾ ਹੈ ਤੇ ਬੈਠ ਕੇ ਕਰ ਸਕਦਾ। ਜੇ ਖੜਾ ਹੋ ਕੇ ਕਿਤੇ ਜਾਂਦਾ ਪਿਆ ਤੇ ਉੱਥੇ ਵੀ ਇਹ ਨਾਮ ਜਪਿਆ ਜਾ ਸਕਦਾ ਹੈ। ਇਹ ਮਹਾਰਾਜ ਦੇ ਬਚਨ ਨੇ। ਗੁਰਮੁਖੋ ਪੱਲੇ ਬੰਨੀਏ। ਆਪਾਂ ਤਾਂ ਲੋਕਾਂ ਨੂੰ ਪੁੱਛਦੇ ਫਿਰਦੇ ਵੀ ਨਾਮ ਕਦੋਂ ਜਪੀਏ ਤੇ ਕਿਵੇਂ ਜਪੀਏ, ਕਿਹੜਾ ਆਸਣ ਲਾਈਏ। ਦੱਸਣ ਵਾਲਾ ਫਿਰ ਆਪਣੀ ਮਤ ਮੁਤਾਬਕ ਦੱਸਦਾ ਹੈ, ਪਰ ਆਪਾਂ ਕਿਸੇ ਨੂੰ ਕਿਉਂ ਪੁੱਛਣਾ ਹੈ? ਆਪਾਂ ਆਪਣੇ ਗੁਰੂ ਨੂੰ ਪੁੱਛੀਏ। ਤੇ ਗੁਰੂ ਦਾ ਬਚਨ ਅੱਜ ਸਾਡੇ ਪੱਲੇ ਪੈ ਗਿਆ ਹੈ ਵੀ ਨਾਮ ਜਪਣਾ ਹੈ। ਊਠਤ ਬੈਠਤ ਸੋਵਤ ਨਾਮ ਕਹੋ ਨਾਨਕ, ਜਨ ਕੇ ਸਾਧ ਕਾਮ। ਊਠਤ ਬੈਠਤ ਹਰ ਹਰ ਧਿਆਈਐ ਮਾਰਗ ਚਲਤ। ਹੁਣ ਰਸਤੇ 'ਤੇ ਚੱਲਾਂਗੇ ਤੇ ਤੁਰ ਕੇ ਹੀ ਜਾਵਾਂਗੇ ਨਾ, ਲੰਮੇ ਪੈ ਕੇ ਤੇ ਨਹੀਂ ਰਸਤੇ 'ਤੇ ਜਾ ਸਕਦੇ। ਤੇ ਫਿਰ ਲੰਮੇ ਪੈ ਕੇ ਵੀ ਜਪਿਆ ਜਾ ਸਕਦਾ, ਤੁਰ ਕੇ ਵੀ, ਬੈਠ ਕੇ ਵੀ। ਜਿਵੇਂ ਮਰਜ਼ੀ ਉਹਨੂੰ ਜਪਨਾ ਕਰ, ਤੇਰਾ ਭਲਾ ਹੋ ਜਾਵੇਗਾ। ਗੁਣ ਨਿਧਾਨ ਸੁਖ ਸਾਗਰ ਸੁਆਮੀ। ਉਹ ਗੁਣਾਂ ਦਾ ਨਿਧਾਨ ਤੇ ਸੁੱਖਾਂ ਦਾ ਸਾਗਰ ਸੁਆਮੀ ਮਾਲਕ ਹੈ। ਜਲ ਥਲ ਮਈਲ ਸੋਈ। ਉਹ ਪਾਣੀ ਦੇ ਵਿੱਚ ਵੀ, ਮਿੱਟੀ ਦੇ ਵਿੱਚ ਵੀ, ਧਰਤੀ ਤੇ ਆਕਾਸ਼ ਵਿੱਚ ਸਾਰਿਆਂ ਥਾਵਾਂ ਤੇ ਸਮਾਇਆ ਹੈ। ਜਨ ਨਾਨਕ ਪ੍ਰਭ ਕੀ ਸਰਣਾਈ। ਐਸੇ ਪਰਮਾਤਮਾ ਦੀ ਸ਼ਰਨ ਵਿੱਚ ਪੈਣਾ ਕਰ। ਤਿਸ ਬਿਨ ਅਵਰ ਨਾ ਕੋਈ। ਕਿਉਂਕਿ ਉਹਦੇ ਬਿਨਾ ਕੋਈ ਦੂਜਾ ਗੁਰਮੁਖਾ ਹੈ ਨਹੀਂ ਹੈ। ਐਸੇ ਪ੍ਰਮਾਤਮਾ ਦੀ ਸ਼ਰਨ ਵਿੱਚ ਪੈ ਜਾਣਾ ਕਰ। ਮੇਰਾ ਘਰ ਬਣਿਆ ਬਣ ਤਾਲ ਬਣਿਆ,
ਪ੍ਰਭ ਪਰਸੇ ਹਰ ਰਾਇਆ ਰਾਮ। ਸਤਿਗੁਰੂ ਬਖਸ਼ਿਸ਼ ਕਰਦੇ ਮੇਰਾ ਘਰ ਬਣਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਘਰ ਕਿਹੜਾ ਹੈ? ਜਦੋਂ ਆਪਾਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਜਾਂਦੇ ਆ ਨਾ, ਉੱਥੇ ਬਣਿਆ ਹੋਇਆ ਗੁਰੂ ਘਰ, ਨਾਮ ਹੈ ਗੁਰੂ ਕਾ ਮਹਿਲ, ਗੁਰੂ ਕੇ ਮਹਿਲ। ਇਹ ਗੁਰੂ ਕੇ ਮਹਿਲ ਸਥਾਨ ਉਹ ਹੈ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਗਏ ਸਨ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਜਾਓ ਜਾ ਕੇ ਅੰਮ੍ਰਿਤ ਸਰੋਵਰ ਦੀ ਸੇਵਾ ਸ਼ੁਰੂ ਕਰਾਓ। ਉਦੋਂ ਅਜੇ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਨਹੀਂ ਸੀ ਮਿਲੀ। ਭਾਈ ਜੇਠਾ ਜੀ ਉਹਨਾਂ ਦਾ ਨਾਮ ਸੀ, ਮਾਪਿਆਂ ਵੱਲੋਂ ਰੱਖਿਆ ਗਿਆ। ਜਿੱਥੇ ਅੱਜ ਗੁਰੂ ਕਾ ਮਹਿਲ ਗੁਰੂ ਘਰ ਹੈ, ਇੱਥੇ ਮਹਾਰਾਜ ਨੇ ਆਪਣੇ ਰਹਿਣ ਵਾਸਤੇ ਔਰ ਸਿੱਖਾਂ ਦੇ ਰਹਿਣ ਵਾਸਤੇ ਘਰ ਬਣਾਏ ਤੇ ਫਿਰ ਸੇਵਾ ਸ਼ੁਰੂ ਕਰਾਈ ਸ੍ਰੀ ਹਰਿਮੰਦਰ ਸਾਹਿਬ ਦੀ। ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ ਤੇ 7 ਕੁ ਸਾਲ ਦਾ ਸਮਾਂ ਰਹੇ, ਬਹੁਤਾ ਸਮਾਂ ਮਹਾਰਾਜ ਨੂੰ ਮਿਲਿਆ ਨਹੀਂ। ਕਈ ਮਹਾਰਾਜ ਨੇ ਕਾਰਜ ਕੀਤੇ। ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਤਾ ਗੱਦੀ ਤੇ ਬੈਠੇ। ਗੁਰਤਾ ਗੱਦੀ ਤੇ ਬੈਠ ਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣਾ ਨਿਵਾਸ ਜਿਹੜਾ ਹੈ ਉਹ ਗੁਰੂ ਕੇ ਮਹਿਲ ਵਾਲੇ ਸਥਾਨ ਤੇ, ਜਿਹੜਾ ਪਿਤਾ ਗੁਰੂ ਰਾਮਦਾਸ ਜੀ ਨੇ ਬਣਾਇਆ ਸੀ, ਉੱਥੇ ਹੀ ਆਪਣਾ ਮਹਾਰਾਜ ਨੇ ਨਿਵਾਸ ਰੱਖਿਆ। ਇੱਥੇ ਹੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਨਿਵਾਸ ਰੱਖਿਆ ਔਰ ਇੱਥੇ ਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਹੋਇਆ। ਗੁਰੂ ਕੇ ਮਹਿਲ ਗੁਰੂ ਘਰ ਹੈ। ਆਪਾਂ ਅੰਮ੍ਰਿਤਸਰ ਜਾਈਏ, ਇਹ ਬੜੀ ਵੱਡੀ ਜਗ੍ਹਾ ਹੈ ਜਿੱਥੇ ਗੁਰੂ ਰਾਮਦਾਸ ਪਾਤਸ਼ਾਹ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ, ਗੁਰੂ ਹਰਗੋਬਿੰਦ ਪਾਤਸ਼ਾਹ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਚਰਨ ਪਾਏ। ਇਹ ਐਸੀ ਉਹ ਪਵਿੱਤਰ ਜਗ੍ਹਾ ਹੈ। ਧੰਨ ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਵੀ ਇਸ ਜਗ੍ਹਾ ਦੇ ਉੱਪਰ। ਸੋ ਇਸ ਤਰ੍ਹਾਂ ਮਹਾਰਾਜ ਸਾਹਿਬ ਜੀਆਂ ਨੇ ਵੱਖ-ਵੱਖ ਸਮਿਆਂ ਵਿੱਚ ਚਰਨ ਪਾਏ। ਇਹ ਉਹ ਪਵਿੱਤਰ ਧਰਤੀ ਹੈ। ਸੋ ਰੋ ਵਿਚਾਰ ਮਹਾਰਾਜ ਕਹਿਣ ਲੱਗੇ ਮੇਰਾ ਘਰ ਬਣਿਆ। ਇਹ ਜਿਹੜਾ ਸਾਡਾ ਘਰ ਹੈ ਗੁਰੂ ਕੇ ਮਹਿਲ, ਇਹ ਵੀ ਭਾਈ ਬੜਾ ਚੰਗਾ ਹੈ ਜਿੱਥੇ ਬੈਠ ਕੇ ਅਸੀਂ ਨਾਮ ਜਪਦੇ ਹਾਂ। ਬਣ ਤੋਂ ਭਾਵ ਹੁੰਦਾ ਬਾਗ। ਇਹ ਜਿਹੜਾ ਗੁਰੂ ਕਾ ਬਾਗ ਸਥਾਨ ਹੈ ਅੰਮ੍ਰਿਤਸਰ ਦੀ ਧਰਤੀ ਤੇ ਨਾ, ਗੁਰੂ ਕਾ ਬਾਗ ਇੱਕ ਗੁਰਦੁਆਰਾ ਸਾਹਿਬ ਹੈ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਕਈ ਕੌਤਕ ਕੀਤੇ। ਕਹਿਣ ਲੱਗੇ ਭਾਈ ਉਹ ਵੀ ਬੜਾ ਚੰਗਾ ਹੈ ਜਿੱਥੇ ਬੈਠ ਕੇ ਨਾਮ ਜਪਿਆ ਜਾਂਦਾ ਹੈ। ਅਤੇ ਤਾਲ ਬਣਿਆ, ਤਾਲ ਕਹਿੰਦੇ ਸਰੋਵਰ ਨੂੰ, ਸਰੋਵਰ ਬਣਿਆ ਸ੍ਰੀ ਹਰਿਮੰਦਰ ਸਾਹਿਬ ਦਾ। ਕਹਿਣ ਲੱਗੇ ਭਾਈ ਉਹ ਤਾਲ ਵੀ ਸ਼ੋਭਨੀਕ ਹੈ ਜਿੱਥੇ ਬੈਠ ਕੇ ਪ੍ਰਮਾਤਮਾ ਦੇ ਚਰਨ ਪਰਸੇ ਜਾਂਦੇ, ਉਹਦੇ ਨਾਮ ਨੂੰ ਜਪਿਆ ਜਾਂਦਾ ਹੈ। ਫਿਰ ਬਖਸ਼ਿਸ਼ ਕਰਦੇ ਹਨ। ਮੇਰਾ ਘਰ ਬਣਿਆ ਬਨ ਤਾਲ ਬਣਿਆ, ਪ੍ਰਭ ਪਰਸੇ ਹਰ ਰਾਇਆ ਰਾਮ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਜਿਹੜਾ ਹਿਰਦੇ ਰੂਪੀ ਘਰ ਹੈ ਇਹ ਵੀ ਭਾਈ ਚੰਗਾ ਹੈ ਜਿਸ ਹਿਰਦੇ ਵਿੱਚ ਨਾਮ ਜਪਿਆ ਜਾਂਦਾ ਹੈ। ਤੇ ਬਣ ਤੋਂ ਭਾਵ ਲੈ ਲੈਣਾ ਬਾਗ। ਬਾਗ ਕਹਿੰਦੇ ਸ਼ੁਭ ਗੁਣਾਂ ਦਾ ਬਾਗ। ਜਿਹੜੇ ਸ਼ੁਭ ਗੁਣ ਪ੍ਰਾਪਤ ਹੋਏ ਨਾ, ਵਿਣ ਗੁਣ ਕੀਤੇ ਭਗਤ ਨਾ ਹੋਏ, ਜਿਹੜੇ ਚੰਗੇ ਗੁਣ ਸਤ ਸੰਤੋਖ ਦਇਆ ਧਰਮ ਮਿਲ ਜਾਣੇ, ਇਹ ਵੀ ਭਾਈ ਸ਼ੋਭਨੀਕ ਹਨ। ਅਤੇ ਤਾਲ ਬਣਿਆ, ਤਾਲ ਨਾਮ ਗੁਰਮੁਖੋ ਹਿਰਦੇ ਦਾ। ਇਹ ਹਿਰਦਾ ਜਿਹੜਾ ਹੈ ਇਹਦੇ ਵਿੱਚ ਪ੍ਰਮਾਤਮਾ ਅੰਤਹਿਕਰਨ ਵਿੱਚ ਪ੍ਰਾਪਤ ਹੋਇਆ। ਪਾਤਸ਼ਾਹ ਕਹਿਣ ਲੱਗੇ ਭਾਈ ਇਹਦੇ ਵਿੱਚ ਬੈਠ ਕੇ ਅਸੀਂ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ। ਮੇਰਾ ਮਨ ਸੋਹਿਆ ਮੀਤ ਸਾਜਣ ਸਰਸੇ। ਮੇਰਾ ਜਿਹੜਾ ਮਨ ਹੈ ਉਹ ਗੁਰਮੁਖ ਸੰਤਾਂ ਦੀ ਆਪਾਂ ਨੂੰ ਮਿੱਤਰ ਬਣਾ ਕੇ, ਸੰਤਾਂ ਨੂੰ ਮਿੱਤਰ ਬਣਾ ਕੇ, ਸੱਜਣ ਬਣਾ ਕੇ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਜਿਹੜਾ ਨਾਮ ਜਪਿਆ ਹੈ, ਮੇਰਾ ਮਨ ਸ਼ੋਭਨੀਕ ਹੋਇਆ ਹੈ। ਗੁਣ ਮੰਗਲ ਹਰ ਗਾਇਆ ਰਾਮ। ਉਸ ਰਾਮ ਹਰੀ ਦੇ ਜਿਹੜੇ ਮੰਗਲਾਂ ਰੂਪੀ ਸ਼ੁਭ ਗੁਣ ਹਨ ਉਹਨਾਂ ਨੂੰ ਗਾਉਣਾ ਕੀਤਾ ਹੈ। ਗੁਣ ਗਾਏ ਪ੍ਰਭੂ ਧਿਆਏ, ਸਾਚਾ ਸਗਲ ਇੱਛਾ ਪਾਈਆ। ਗੁਣ ਗਾਏ ਪ੍ਰਭੂ ਧਿਆਏ ਸਾਚਾ, ਜਿਨ੍ਹਾਂ ਨੇ ਸੱਚੇ ਪ੍ਰਭੂ ਨੂੰ ਧਿਆਇਆ, ਉਹਦੇ ਗੁਣਾਂ ਨੂੰ ਗਾਇਆ ਹੈ, ਉਹਨਾਂ ਦੀਆਂ ਸਾਰੀਆਂ ਇੱਛਾ ਪੂਰੀਆਂ ਹੁੰਦੀਆਂ ਹਨ। ਗੁਰ ਚਰਨ ਲਾਗੇ ਸਦਾ ਜਾਗੇ। ਜਿਹੜੇ ਗੁਰੂ ਚਰਨਾਂ ਨਾਲ ਲੱਗੇ ਨੇ ਉਹ ਸਦਾ ਵਾਸਤੇ ਗਿਆਨ ਅਵਸਥਾ ਵਿੱਚ ਜਾਗਦੇ ਹਨ, ਜਾਗਰਤ ਅਵਸਥਾ ਵਿੱਚ ਜਾਗਦੇ ਹਨ। ਮਨ ਵਜੀਆਂ ਵਧਾਈਆਂ। ਤੇ ਮਨ ਦੇ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਰੂਪ ਵਜੀਆਂ ਵਧਾਈਆਂ ਵੱਜਦੀਆਂ ਹਨ। ਕਰੀ ਨਦਰ ਸੁਆਮੀ ਸੁਖਾ ਗਾਮੀ। ਸੁੱਖਾਂ ਦੇ ਵਿੱਚ ਪਹੁੰਚ ਕਰਨ ਵਾਲੇ ਪ੍ਰਮਾਤਮਾ ਨੇ ਜਦੋਂ ਕਿਰਪਾ ਦ੍ਰਿਸ਼ਟੀ ਕਰੀ ਹੈ, ਪਲਤ ਸਵਾਰਿਆ। ਇਹ ਲੋਕ ਵੀ ਸਫਲਾ ਹੋ ਗਿਆ ਤੇ ਗੁਰਮੁਖੋ ਪਰਲੋਕ ਵੀ ਸਫਲਾ ਹੋ ਜਾਂਦਾ ਹੈ। ਦਿਨਵੰਤ ਨਾਨਕ ਨਿਤ ਨਾਮ ਜਪਿਆ।
ਸਤਿਗੁਰੂ ਕਹਿਣ ਲੱਗੇ ਭਾਈ ਨਿਤਾ ਪ੍ਰਤੀ ਹਰ ਰੋਜ਼ ਉਹਦੇ ਨਾਮ ਨੂੰ ਜਪਣਾ ਕਰੀਏ। ਜਿਉ ਪਿੰਡ ਜਿਨ ਧਾਰਿਆ ਜਿਸ ਪਰਮਾਤਮਾ ਨੇ ਪਾਣੀ ਦੀ ਇੱਕ ਮੈਲੀ ਬੂੰਦ ਤੋਂ ਪਿੰਡ ਕਹੀਏ ਸਰੀਰ ਬਣਾਇਆ ਹੈ, ਸਰੀਰ ਬਣਾ ਕੇ ਫਿਰ ਇਹਦੇ ਵਿੱਚ ਆਤਮਾ ਟਿਕਾਈ ਹੈ। ਪਾਣੀ ਮੈਲਾ ਮਾਟੀ ਗੋਰੀ, ਮਹਾਰਾਜ ਜੀਆਂ ਦਾ ਬਚਨ ਹੈ। ਜਿਸ ਪਾਣੀ ਦੀ ਇੱਕ ਬੂੰਦ ਤੋਂ ਪ੍ਰਮਾਤਮਾ ਨੇ ਤੇਰਾ ਇਹ ਪਿੰਡ ਸਰੀਰ ਬਣਾਇਆ ਹੈ, ਸਰੀਰ ਬਣਾ ਕੇ ਫਿਰ ਇਹਦੇ ਵਿੱਚ ਆਤਮਾ ਪਾਈ ਹੈ। ਉਸ ਪ੍ਰਮਾਤਮਾ ਦੇ ਨਾਮ ਨੂੰ ਸਦਾ ਧਿਆਉਣਾ ਕਰੀਏ। ਜਿਸ ਪ੍ਰਮਾਤਮਾ ਨੇ ਸਰੀਰ ਨੂੰ ਵੀ ਬਣਾਇਆ ਹੈ, ਆਤਮਾ ਨੂੰ ਵੀ ਬਣਾਇਆ ਹੈ, ਔਰ ਦੋਨਾਂ ਨੂੰ ਹੀ ਆਪਣੀ ਜਿਹੜੀ ਹੈ ਉਹ ਪ੍ਰਮਾਤਮਾ ਨੇ ਬਖਸ਼ਿਸ਼ ਕਰਦਿਆਂ ਹੋਇਆਂ ਆਪਣਾ ਸਹਾਰਾ ਦਿੱਤਾ ਹੈ, ਜਿਹਦੇ ਸਹਾਰੇ ਸਰੀਰ ਟਿਕਿਆ ਹੈ ਔਰ ਆਤਮਾ ਇਹਦੇ ਵਿੱਚ ਬੈਠੀ ਹੈ। ਉਸ ਪ੍ਰਮਾਤਮਾ ਨੂੰ ਸਦਾ ਧਿਆਉਣਾ ਕਰੀਏ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਂ ਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲੋ। ਕਰੀ ਨਦਰ ਸੁਆਮੀ ਸੁਖੈ ਗਾਮੀ, ਹਲਤ ਪਲਤ ਸਵਾਰਿਆ, ਬਿਨਵੰਤ ਨਾਨਕ ਨਿਤ ਨਾਮ ਜਪਿਆ, ਜਿਉ ਪਿੰਡ ਜਿਨ ਧਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।